छोड़ के लागे आन सुआए, नानक कहू न सीजई, बिन नावै पत जाए। आए प्रभ शरणागति कृपा निध दयाल, एक अखर हर मन बस्त, नानक होत निहाल। सुत अपराध करत है जेते, जननी चीत न राखस तेते। रामैया हों बारिक तेरा, काहे न खंडस अवगुन मेरा रहाओ। जे अतक्रोप करे कर ताया, तापी चीत न राख समाया। अचिंत भवन मन पर्यो हमारा, नाम बिना कैसे उतर सपारा। चिंत भवन मन पर्यो हमारा, नाम बिना कैसे उतर सपारा। देह बिमल मत सदा शरीरा, सहज सहज गुण रवै कबीरा। तेरे दर दा भिखारी दर आ गया, जी खैर पा दियो बंदगी दा। तेरे दर दा भिखारी दर, खैर पा दियो बंदगी दा। तेरे दर दा भिखारी दर आ गया, खैर पा दियो बंदगी दा। तेरे दर दा भिखारी दर आ गया, खैर पा दियो बंदगी दा। तेरे दर दा भिखारी दर आ गया, खैर पा दियो बंदगी दा। तेरे दर दा भिखारी दर आ गया, खैर पा दियो बंदगी दा। तेरे दर दा भिखारी दर आ गया, भिखारी दर आ गया, खैर पा दियो बंदगी दा। तेरे दर दा भिखारी दर, खैर पा दियो बंदगी दा। तेरे दर दा भिखारी दर आ गया, खैर पा दियो बंदगी दा। तेरे दर दा भिखारी दर आ गया, खैर पा दियो बंदगी दा। तेरे दर दा भिखारी दर आ गया, खैर पा दियो बंदगी दा। तेरे दर दा भिखारी दर आ गया, खैर पा दियो बंदगी दा। खैर पा दियो जी बंदगी दा, खैर पा दियो बंदगी दा। खैर पा दियो जी बंदगी दा, खैर पा दियो जी बंदगी दा। खैर पा दियो जी बंदगी दा, खैर पा दियो जी बंदगी दा। खैर पा दियो जी वाहिगुरु बंदगी दा। मैनू खैर पा दियो जी दाता बंदगी दा। खैर पा दियो जी बंदगी दा, खैर पा दियो जी
ਦਰ ਦਾ ਭਿਖਾਰੀਦਾਰ ਭਿਖਾਰੀਦਾਰ ਆ ਗਿਆ ਖੈਰ ਪਾ ਦਿਓ ਬੰਦਗੀ ਦਾ ਫਿਰ ਦਰ ਦਾ ਭਿਖਾਰੀਦਾਰ ਆ ਗਿਆ ਖੈਰ ਪਾ ਦਿਓ ਬੰਦਗੀ ਦਾ ਦਾਨ ਦਾ ਭਿਖਾਰੀ ਦਾਨ ਆ ਗਿਆ ਖੈਰ ਪਾ ਦਿਓ ਬੰਦਗੀ ਦਾ ਤੇਨੇ ਦਰ ਦਾ ਭਿਖਾਰੀ ਦਾਨ ਆ ਗਿਆ ਖੈਰ ਪਾ ਦਿਓ ਬੰਦਗੀ ਦਾ ਦਰ ਦਾ ਭਿਖਾਰੀ ਦਾਨ ਆ ਗਿਆ ਖੈਰ ਪਾ ਦਿਓ ਬੰਦਗੀ ਦਾ ਤੇਨੇ ਦਰ ਦਾ ਭਿਖਾਰੀ ਦਾਨ ਆ ਗਿਆ ਖੈਰ ਪਾ ਦਿਓ ਬੰਦਗੀ ਦਾ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ ਹਉ ਬਲਹਾਰੈ ਜਾਓ ਸਾਚੇ ਤੇਰੇ ਨਾਮ ਵਿਟੋ ਕਾਰਨ ਕਾਰਨ ਸਭਨਾ ਕਾ ਏਕੋ ਅਵਰ ਨਾ ਦੂਜਾ ਕੋਈ ਰਹਾਓ ਬਹੁਤੇ ਫੇਰ ਪਏ ਕਿਰਪਨ ਕਉ ਆਪ ਕਿਛ ਕਿਰਪਾ ਕੀਜੈ ਹੋ ਦਇਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀਜੈ ਭਨਤ ਨਾਨਕ ਭਰਮ ਪਟ ਖੂਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਹਜ਼ੂਰੀ ਵਿੱਚ ਸਤਿਕਾਰਯੋਗ ਮਾਤਾ ਕਰਤਾਰ ਕੌਰ ਜੀਆਂ ਦੀ ਅੰਤਮ ਅਰਦਾਸ ਦੇ ਸੰਬੰਧ ਵਿੱਚ ਗੁਰੂ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੀ ਅਤੇ ਪਹੁੰਚ ਰਹੇ ਪਰਮ ਸਤਿਕਾਰਯੋਗ ਗੁਰਮੁਖ ਪਿਆਰੇ ਸਤਸੰਗੀ ਜਨੋ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਸਰਬੱਤ ਸੰਗਤ ਮਾਈ ਭਾਈ ਸ਼ਰਧਾ ਭਾਵਨਾ ਪ੍ਰੇਮ ਅਤੇ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੇ ਕੋਲੋਂ ਜੋ ਆਪਾਂ ਜੀਵਨ ਜਾਚ ਸਿੱਖਣੀ ਹੈ ਗੁਰੂ ਦੀ ਹਜ਼ੂਰੀ ਵਿੱਚ ਜਦੋਂ ਬੈਠ ਜਾਈਏ ਤਾਂ ਧਿਆਨ ਹੈ ਜਿਹੜਾ ਉਹ ਗੁਰੂ ਚਰਨਾਂ ਦੇ ਨਾਲ ਜੋੜ ਲੈਣਾ ਚਾਹੀਦਾ ਤਾਂ ਕਿ ਜਿਹੜੇ ਅਮੋਲਕ ਸਵਾਸ ਸਾਨੂੰ ਮਿਲੇ ਨੇ ਅਮੋਲਕ ਸਰੀਰ ਸਾਨੂੰ ਮਿਲਿਆ ਅਮੋਲਕ ਸਮਾਂ ਸਾਨੂੰ ਮਿਲਿਆ ਇਹ ਸਫਲਾ ਹੋ ਜਾਵੇ। ਸੋ ਸਤਿਗੁਰ ਜੀ ਰਹਿਮਤ ਕਰਨ ਅੱਜ ਦਾ ਜਿਹੜਾ ਵਿਸ਼ਾ ਆਪਾਂ ਲਿਆ ਉਹ ਇਹ ਵਿਸ਼ਾ ਲਿਆ ਤੇਰੇ ਦਰ ਦਾ ਭਿਖਾਰੀ ਦਰ ਆ ਗਿਆ ਜੀ ਖੈਰ ਪਾ ਦਿਓ ਬੰਦਗੀ ਦਾ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਤਾਂ ਗੁਰਬਾਣੀ ਵਿੱਚ 15 ਭਗਤਾਂ ਦੀ ਗੁਰਬਾਣੀ ਆਉਂਦੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਅਣਗਿਣਤ ਪਰਮੇਸ਼ਰ ਦੇ ਪਿਆਰੇ ਗੁਰਮੁਖ ਸੰਤ ਭਗਤ ਜਨ ਭਾਈ ਗੋਲੇ ਕੂਕਰ ਦਾਸ ਪਹਿਲਾਂ ਵੀ ਸੀ ਅੱਜ ਵੀ ਨੇ ਅਤੇ ਅੱਗੇ ਨੂੰ ਵੀ ਹੋਣਗੇ। ਸੋ ਉਹਨਾਂ ਨੇ ਮਨੁੱਖਾ ਜੀਵਨ ਲੈ ਕੇ ਸਤਿਗੁਰਾਂ ਪਾਸੋਂ ਉਹ ਉੱਤਮ ਮੱਤ ਲਈ ਜਿਹਨੂੰ ਆਪਾਂ ਆਖਦੇ ਹਾਂ ਗੁਰਮੱਤ। ਸੋ ਗੁਰਮੱਤ ਨੂੰ ਕਮਾਉਣਾ ਇਹ ਬਹੁਤ ਜ਼ਰੂਰੀ ਹੁੰਦਾ ਮਨੁੱਖ ਦੇ ਵਾਸਤੇ। ਜੇ ਅਸੀਂ ਗੁਰਮੱਤ ਨਹੀਂ ਕਮਾਵਾਂਗੇ ਤਾਂ ਉਹਦਾ ਭਾਵ ਹੁੰਦਾ ਵੀ ਅਜੇ ਮਨੁੱਖ ਗੁਰੂ ਤੋਂ ਮੁੱਖ ਮੋੜ ਕੇ ਬੈਠਾ ਹੈ, ਗੁਰੂ ਵੱਲ ਮੁੱਖ ਨਹੀਂ ਇਹਨੇ ਕੀਤਾ ਆਪਣੀ ਸੁਰਤ ਦਾ ਆਪਣੇ ਧਿਆਨ ਦਾ। ਅਤੇ ਸਤਿਗੁਰਾਂ ਨੇ ਬਚਨ ਲਿਖ ਦਿੱਤੇ ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈਂ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਪਾਂ ਕਿਸਾਨੀ ਦੇ ਨਾਲ ਜੁੜੇ ਲੋਕ ਹਾਂ, ਸੱਚੀਆਂ ਸੁੱਚੀਆਂ ਕਿਰਤਾਂ ਕਰਨ ਵਾਲੇ ਲੋਕ ਹਾਂ, ਦੁੱਧ ਵਰਗੀਆਂ ਕਮਾਈਆਂ ਕਰਨ ਵਾਲੇ ਲੋਕ ਹਾਂ। ਜ਼ਿੰਦਗੀ ਜਿਹੜੀ ਹੈ ਨਾ ਜ਼ਿੰਦਗੀ ਇੱਕ ਯਾਤਰਾ ਹੈ। ਯਾਤਰਾ ਸਫਲ ਕਿਹਨਾਂ ਦੀ ਹੁੰਦੀ ਹੈ? ਜਿਨ੍ਹਾਂ ਨੇ ਯਾਤਰਾ ਦੇ ਵਿੱਚ ਯਾਤਰਾ ਦੇ ਨਾਲ ਰਿਲੇਟਡ ਜੋ ਵੀ ਆਪਾਂ ਨੂੰ ਰਸਤੇ ਦੇ ਵਿੱਚ ਆਪਣੀਆਂ ਲੋੜਾਂ ਨੇ ਉਹਨਾਂ 'ਤੇ ਧਿਆਨ ਦਿੱਤਾ ਹੁੰਦਾ ਹੈ। ਕਿਹੜੀ ਚੀਜ਼ ਦੀ ਕਦੋਂ ਲੋੜ ਪੈਣੀ ਹੈ, ਕਿਹੜੀ ਵਸਤੂ ਦੀ ਕਦੋਂ ਲੋੜ ਪੈਣੀ ਹੈ, ਯਾਤਰਾ ਦੇ ਵਿੱਚ ਕਿਹੜੀ ਸਾਵਧਾਨੀ ਵਰਤਣੀ ਜ਼ਰੂਰੀ ਹੈ,
ਉਹਨਾਂ ਲੋਕਾਂ ਦੀ ਯਾਤਰਾ ਸੁਖਦਾਈ ਤੇ ਫਲਦਾਇਕ ਹੁੰਦੀ ਹੈ। ਤੇ ਜਿਹੜਾ ਆਖੇ ਵੀ ਯਾਤਰਾ ਤੇ ਚੱਲੇ ਆ ਕੋਈ ਪਰਵਾਹ ਨਹੀਂ, ਹਮੇਸ਼ਾ ਉਹਨਾਂ ਦੀ ਯਾਤਰਾ ਦੁਖਦਾਈ ਰਹਿ ਜਾਂਦੀ ਹੈ ਤੇ ਅਸਫਲ ਰਹਿ ਜਾਂਦੀ ਹੈ, ਫਲ ਨਹੀਂ ਦਿੰਦੀ। ਬਿਲਕੁਲ ਉਵੇਂ ਅਸੀਂ ਮਾਤ ਲੋਕ ਦੀ ਯਾਤਰਾ ਤੇ ਆ, ਤੇ ਜਿੱਥੇ ਆਪਾਂ ਨੇ ਕਿਰਤ ਕਮਾਈਆਂ ਕਰਨੀਆਂ ਤੇ ਉੱਥੇ ਕਿਰਤ ਕਰਦੇ ਆ। ਸਾਨੂੰ ਸਤਿਗੁਰਾਂ ਨੇ ਜਿਹੜੇ ਬਚਨ ਆਖੇ ਨੇ ਉਹ ਇਹ ਆਖੇ ਨੇ ਵੀ ਬੰਦਿਆਂ ਤੂੰ ਕਿਰਤ ਕਰਦਾ ਹੋਇਆ ਪਰਮਾਤਮਾ ਦੀ ਕੀਰਤੀ ਜ਼ਰੂਰ ਕਰਨੀ ਹੈ। ਜੇ ਤੂੰ ਪਰਮੇਸ਼ਰ ਦੀ ਕੀਰਤੀ ਕਰਨੀ ਭੁੱਲ ਗਿਆ, ਤੇਰੀ ਕਿਰਤ ਕਿਤੇ ਲੇਖੇ 'ਚ ਪੈਣ ਵਾਲੀ ਨਹੀਂ ਹੈ। ਕੱਲੀ ਕਿਰਤ ਲੇਖੇ ਵਿੱਚ ਗੁਰਬਾਣੀ ਨੇ ਨਹੀਂ ਦੱਸਿਆ ਵੀ ਕਦੇ ਕਿਰਤ ਲੇਖੇ ਵਿੱਚ ਪਏਗੀ, ਜੇਕਰ ਮਨੁੱਖ ਦੇ ਕੋਲ ਕੀਰਤੀ ਨਹੀਂ ਹੈ। ਕੀਰਤੀ ਕੀ ਹੈ? ਵਾਹਿਗੁਰੂ ਦੀ ਵਡਿਆਈ। ਆ ਹੁਣ ਆਪਾਂ ਕੀਰਤੀ ਕਰ ਰਹੇ ਹਾਂ, ਕਿਰਤ ਵਾਲੇ ਪਾਸਿਓਂ ਤੋਂ ਥੋੜ੍ਹਾ ਸਮਾਂ ਕੱਢ ਕੇ ਆਪਾਂ ਹੁਣ ਕੀਰਤੀ ਕਰ ਰਹੇ ਹਾਂ ਵਾਹਿਗੁਰੂ ਦੀ। ਇਹ ਸਮਾਂ ਜ਼ਰੂਰੀ ਕੱਢਣਾ ਹੁੰਦਾ ਹੈ। ਸੋ ਆਓ ਉਹਨਾਂ ਭਗਤਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਜੀਵਨ ਦੇ ਵਿੱਚ ਆਪਣੀ ਕਿਰਤ ਕਰਦਿਆਂ ਹੋਇਆਂ ਵਾਹਿਗੁਰੂ ਨੂੰ ਪਿਆਰ ਕੀਤਾ, ਗੁਰਮਤਿ ਨੂੰ ਧਾਰਨ ਕੀਤਾ ਤੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਗਏ। ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਜਿਹੜਾ ਸਰੀਰ ਹੈ ਨਾ, ਇਹਨੇ ਰਹਿਣਾ ਹੈ ਨਹੀਂ। ਕਾਂਸੀ ਬਨਾਰਸ ਦੇ ਵਿੱਚ ਭਗਤ ਕਬੀਰ ਜੀ ਰਹਿ ਰਹੇ ਨੇ, ਉਹਨਾਂ ਦੇ ਜੀਵਨ ਸਾਥੀ ਧਰਮ ਸਪਤਨੀ ਮਾਤਾ ਲੋਈ ਜੀ ਕਿਰਤ ਕਰਨ ਵਾਲਾ ਪਰਿਵਾਰ ਹੈ, ਬਹੁਤ ਸੋਹਣੀ ਕਿਰਤ ਕਰਦੇ ਨੇ। ਤੇ ਭਗਤ ਕਬੀਰ ਜੀ ਨਗਰ ਦੇ ਲੋਕਾਂ ਨੂੰ, ਸ਼ਹਿਰ ਦੇ ਲੋਕਾਂ ਨੂੰ, ਅੱਜ ਕੱਲ੍ਹ ਉਸ ਸ਼ਹਿਰ ਦਾ ਨਾਂ ਹੈ ਵਾਰਾਣਸੀ, ਪਹਿਲੇ ਸਮੇਂ ਵਿੱਚ ਇਹ ਸ਼ਹਿਰ ਦਾ ਨਾਂ ਸੀ ਬਨਾਰਸੀ। ਸੋ ਬਨਾਰਸ ਦੇ ਵਿੱਚ ਭਗਤ ਜੀ ਰਹਿ ਰਹੇ ਨੇ ਤੇ ਸ਼ਹਿਰ ਦੇ ਲੋਕਾਂ ਨੂੰ, ਸੰਗੀਆਂ ਨੂੰ ਆਖਣਾ, ਭਾਈ ਜਦੋਂ ਕੋਈ ਸ਼ਹਿਰ ਵਿੱਚ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ ਤਾਂ ਸਾਨੂੰ ਜ਼ਰੂਰ ਦੱਸਣਾ, ਅਸੀਂ ਉਹਨਾਂ ਦੇ ਦੁੱਖ ਦੇ ਵਿੱਚ ਜਾ ਕੇ ਸ਼ਰੀਕ ਹੋਵਾਂਗੇ। ਤੇ ਨਾਲ ਨਾਲ ਕਹਿੰਦੇ ਫਿਰ ਬੰਦੇ ਨੂੰ ਪਤਾ ਚੱਲਦਾ ਰਹਿੰਦਾ ਵੀ ਜੇ ਉਹ ਤੁਰ ਗਿਆ ਤਾਂ ਤੂੰ ਕਿਹੜਾ ਇੱਥੇ ਸਦਾ ਬੈਠੇ ਰਹਿਣਾ, ਇੱਕ ਦਿਨ ਤੂੰ ਵੀ ਤੁਰ ਜਾਣਾ ਹੈ। ਅਸਾਂ ਭੇ ਉੱਥੇ ਜਾਣਾ। ਫਿਰ ਕਹਿੰਦੇ ਮਨੁੱਖ ਆਪਣੇ ਕਰਮ 'ਤੇ ਧਿਆਨ ਦਿੰਦਾ ਹੈ, ਇਹ ਫਿਰ ਸ਼ੁਭ ਕਰਮ ਕਰਦਾ, ਮੰਦੇ ਕਰਮ ਨਹੀਂ ਕਰਦਾ। ਜੇਕਰ ਇਹ ਉਹ ਗੱਲ ਦਾ ਧਿਆਨ ਛੱਡ ਦਿੰਦਾ, ਕਾਲ ਦਾ, ਮੌਤ ਦਾ, ਫਿਰ ਬੰਦਾ ਕਿਤੇ ਮਨਮਾਨੀਆਂ ਕਰਦਾ, ਬੇਪਰਵਾਹ ਹੋ ਜਾਂਦਾ ਹੈ। ਕਹਿੰਦੇ ਫਿਰ ਇਹ ਵਾਹਿਗੁਰੂ ਦੇ ਨਾਲੋਂ ਟੁੱਟ ਜਾਂਦਾ ਹੈ। ਤਕਰੀਬਨ ਜਦੋਂ ਆਪਾਂ ਗੁਰਬਾਣੀ ਨੂੰ ਵਿਚਾਰਾਂਗੇ, ਸਮਾਜ ਨੂੰ ਵੇਖਦੇ ਹਾਂ, ਤੇ ਉਸ ਵੇਲੇ ਗੁਰੂ ਜੀ ਇਉਂ ਕਹਿੰਦੇ ਨੇ ਆਪਾਂ ਨੂੰ, ਕਹਿੰਦੇ ਮਨੁੱਖ ਆਹ ਕੁਛ ਕਰਦਾ ਫਿਰਦਾ ਸੰਸਾਰ 'ਤੇ। ਖਾਣਾ ਪੀਣਾ ਤੇ ਹੰਡਾਉਣਾ ਯਾਦ ਰਹਿ ਗਿਆ, ਉਹ ਮਰਨਾ ਤੇਰੇ ਯਾਦ ਨਹੀਂ। ਖਾਣਾ ਪੀਣਾ ਤੇ ਹੰਡਾਉਣਾ ਯਾਦ ਰਹਿ ਗਿਆ, ਮਰਨਾ ਤੇਰੇ ਯਾਦ ਨਹੀਂ। ਖਾਣਾ ਪੀਣਾ ਤੇ ਹੰਡਾਉਣਾ ਯਾਦ ਰਹਿ ਗਿਆ, ਮਰਨਾ ਤੇਰੇ ਯਾਦ ਨਹੀਂ। ਖਾਣਾ ਪੀਣਾ ਤੇ ਹੰਡਾਉਣਾ ਯਾਦ ਰਹਿ ਗਿਆ, ਤੇਰੇ ਯਾਦ ਨਹੀਂ। ਖਾਣਾ ਪੀਣਾ ਤੇ ਹੰਡਾਉਣਾ ਪੱਲੇ ਰਹਿ ਗਿਆ, ਮਰਨਾ ਤੇਰੇ ਯਾਦ ਨਹੀਂ। ਖਾਣਾ ਪੀਣਾ ਤੇ ਹੰਡਾਉਣਾ ਪੱਲੇ ਰਹਿ ਗਿਆ, ਮਰਨਾ ਤੇਰੇ ਯਾਦ ਨਹੀਂ। ਖਾਣਾ ਪੀਣਾ ਤੇ ਹੰਡਾਉਣਾ ਪੱਲੇ ਰਹਿ ਗਿਆ, ਹੰਡਾਉਣਾ ਪੱਲੇ ਰਹਿ ਗਿਆ, ਮਰਨਾ ਤੇਰੇ ਯਾਦ ਨਹੀਂ। ਉਹ ਖਾਣਾ ਪੀਣਾ ਤੇ ਹੰਡਾਉਣਾ ਪੱਲੇ ਰਹਿ ਗਿਆ, ਮਰਨਾ ਤੇਰੇ ਯਾਦ ਨਹੀਂ। ਖਾਣਾ ਪੀਣਾ ਤੇ ਹੰਡਾਉਣਾ ਪੱਲੇ ਰਹਿ ਗਿਆ, ਮਰਨਾ ਤੇਰੇ ਯਾਦ ਨਹੀਂ। ਖਾਣਾ ਪੀਣਾ ਤੇ ਹੰਡਾਉਣਾ ਪੱਲੇ ਰਹਿ ਗਿਆ, ਮਰਨਾ ਤੇਰੇ ਯਾਦ ਨਹੀਂ। ਖਾਣਾ ਪੀਣਾ ਤੇ ਹੰਡਾਉਣਾ ਪੱਲੇ ਰਹਿ ਗਿਆ, ਮਰਨਾ ਤੇਰੇ ਯਾਦ ਨਹੀਂ। ਖਾਣਾ ਪੀਣਾ ਤੇ ਹੰਡਾਉਣਾ ਪੱਲੇ ਰਹਿ ਗਿਆ, ਮਰਨਾ ਤੇਰੇ ਯਾਦ ਨਹੀਂ। ਮਰਨਾ ਤੇਰੇ ਯਾਦ ਨਹੀਂ, ਮਰਨਾ ਤੇਰੇ ਯਾਦ
याद नहीं। ओ मरना तेरे जी याद नहीं, मरना तेरे जी याद नहीं, मरना तेरे जी याद नहीं, मरना तेरे याद नहीं। खाना पीना ते हंडाउना पल्ले रह गया, मरना तेरे याद नहीं। ओ खाना पीना ते हंडाउना पल्ले रह गया, मरना तेरे याद नहीं, खाना पीना ते हंडाउना पल्ले रह गया, मरना तेरे याद नहीं, खाना पीना ते हंडाउना पल्ले रह गया, मरना तेरे याद नहीं। बिल्कुल ना इਉਂ साफ ही लिखिया पिया सतगुਰਾਂ ने, ਜਿਹਦਾ अर्थ ਕਰਨ ਦੀ ਲੋੜ ਨਹੀਂ, ਚੇਤੇ ਵਿੱਚ ਸਮਝ ਵਿੱਚ ਆ ਜਾਂਦਾ ਹੈ। ਕੀ ਲਿਖਿਆ ਗੁਰੂ ਜੀ ਨੇ? ਸਤਿਗੁਰੂ ਮਹਾਰਾਜ ਜੀ ਕਹਿੰਦੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਮਨੁੱਖ ਨੂੰ ਸਭ ਤੋਂ ਵੱਡੀ ਗੱਲ ਇਹੋ ਹੀ ਹੈ ਵੀ ਇਹਦੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਵਿਸਰ ਜਾਂਦੀ ਹੈ, ਇਹਨੂੰ ਭੁੱਲ ਜਾਂਦੀ ਹੈ ਵੀ ਮੈਂ ਸੰਸਾਰ ਤੋਂ ਇੱਕ ਦਿਨ ਜਾਣਾ ਹੈ, ਇਹ ਭੁੱਲ ਜਾਂਦਾ ਹੈ। ਸੋ ਇਹਨੂੰ ਅਸੀਂ ਵਿਸਾਰਨਾ ਨਹੀਂ ਹੈ, ਚੇਤੇ ਰੱਖਣਾ ਹੈ। ਤਾਂ ਜਦੋਂ ਮੌਤ ਵਿਸਰਦੀ ਹੈ ਤੇ ਉਸ ਵੇਲੇ ਕੀ ਹੁੰਦਾ ਹੈ? ਧਿਆਨ ਦੇਣਾ। ਭਗਤ ਕਬੀਰ ਜੀ ਇਸੇ ਕਰਕੇ ਆਖਦੇ ਨੇ ਵੀ ਜਦੋਂ ਸ਼ਹਿਰ ਵਿੱਚ ਮੌਤ ਹੋ ਜਾਵੇ ਨਾ, ਮੈਨੂੰ ਜ਼ਰੂਰ ਦੱਸਣਾ। ਭਗਤ ਜੀ ਕਹਿੰਦੇ, ਤੇ ਇਹ ਇਤਿਹਾਸ ਵੀ ਹੈ ਭਗਤ ਕਬੀਰ ਜੀਆਂ ਦਾ, ਜਦੋਂ ਵੀ ਸ਼ਹਿਰ ਵਿੱਚ ਕਿਸੇ ਵੱਡੇ ਦੀ ਛੋਟੇ ਦੀ ਨੌਜਵਾਨ ਦੀ ਮੌਤ ਹੁੰਦੀ ਹੈ, ਕਿੱਡਾ ਵੀ ਜ਼ਰੂਰੀ ਕੰਮ ਹੈ, ਭਗਤ ਜੀ ਉਹਦੇ ਸੰਸਕਾਰ ਤੇ ਜਾਂਦੇ ਹੀ ਜਾਂਦੇ। ਫਿਰ ਉਹ ਬਚਨ ਲਿਖੇ ਹੋਏ ਨੇ ਭਗਤ ਜੀਆਂ ਨੇ ਬਾਣੀ ਵਿੱਚ, ਕਿਉਂਕਿ ਉਹ ਸਬੂਤ ਮਿਲਦੇ ਨੇ ਨਾ। ਕਹਿੰਦੇ ਇੱਕ ਦਿਨ ਅਸੀਂ ਕਿਸੇ ਨੌਜਵਾਨ, ਕਿਸੇ ਮਾਂ ਦਾ ਨੌਜਵਾਨ ਪੁੱਤ ਚੜ੍ਹਾਈ ਕਰ ਗਿਆ, ਅਸੀਂ ਕਹਿੰਦੇ ਉਹਦੇ ਸੰਸਕਾਰ 'ਤੇ ਜਦੋਂ ਗਏ ਨਾ, ਬੜਾ ਸੁੰਦਰ ਸੀ, ਬੜਾ ਸੋਹਣਾ ਸੀ। ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ, ਹਮ ਭੀ ਵੰਜਾਂ ਡੁੰਮਣੀ ਰੋਵਾਂ ਝੀਣੀ ਬਾਣ। ਕਹਿੰਦੇ ਜਦੋਂ ਅਸੀਂ ਗਏ ਨਾ, ਉਹ ਰੰਗਲੇ ਸੱਜਣ ਨੂੰ ਲੱਕੜਾਂ ਵਿੱਚ ਰੱਖਿਆ, ਅੱਧੀਆਂ ਲੱਕੜਾਂ ਥੱਲੇ, ਵਿਚਕਾਰ ਮਿਰਤਕ ਦੇਹੀ, ਅੱਧੀਆਂ ਉੱਪਰ ਰੱਖ ਦਿੱਤੀਆਂ। ਅਤੇ ਕਹਿੰਦੇ ਜਦੋਂ ਨਾ ਉਹਨਾਂ ਦੇ ਸਭ ਤੋਂ ਪਿਆਰੇ ਜਾਂ ਉਹਦੇ ਭਰਾ ਨੇ ਜਾਂ ਉਹਦੇ ਪਿਓ ਨੇ ਚਿਖਾ ਨੂੰ ਜਦੋਂ ਅੱਗ ਦਿੱਤੀ ਨਾ, ਕਹਿੰਦੇ ਅਸੀਂ ਚਿਖਾ ਦੇ ਵੱਲ, ਸਿਵੇ ਵੱਲ ਝਾਕ ਰਹੇ ਸੀ। ਉਸ ਵੇਲੇ ਕਹਿੰਦੇ ਅਸੀਂ ਕੀ ਵੇਖਿਆ ਨਾ, ਆਹਾ ਕਿੱਡਾ ਸੋਹਣਾ ਬਚਨ ਲਿਖਿਆ। ਜਿਹੜੀ ਆ ਦੇਹੀ ਨੂੰ ਨਾ ਬੰਦਾ ਤਰ੍ਹਾਂ ਤਰ੍ਹਾਂ ਦੇ ਪਰਫਿਊਮ ਲਾਉਂਦਾ, ਅਤਰ ਫਲੇਲ ਲਾਉਂਦਾ, ਚੰਦਨ ਵਰਗੀਆਂ ਖੁਸ਼ਬੂਆਂ ਲਾਉਂਦਾ, ਚੰਦਨ ਵਰਗੀ ਦੇਹੀ ਨੂੰ ਕਹਿੰਦੇ ਅਸੀਂ ਅੱਖਾਂ ਸਾਹਮਣੇ ਵੇਖਿਆ। ਕੀ ਵੇਖਿਆ? ਕਬੀਰ ਹਾਡ ਜਰੇ ਜਿਉਂ ਲਾਕਰੀ, ਕੇਸ ਜਰੇ ਜਿਉਂ ਘਾਸ, ਇਹੋ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਕਹਿੰਦੇ ਮੈਂ ਜਦੋਂ ਅੱਖਾਂ ਦੇ ਸਾਹਮਣੇ ਵੇਖਿਆ ਨਾ, ਜਿਹੜੇ ਆ ਹੱਡ ਸੀ, ਹੱਡ ਲੱਕੜਾਂ ਦੇ ਨਾਲ ਹੀ ਮੱਚਣੇ ਸ਼ੁਰੂ ਹੋ ਗਏ। ਕਹਿੰਦੇ ਸਭ ਤੋਂ ਪਹਿਲਾਂ ਜਿਹੜੀ ਅੱਗ ਸੀ, ਕਹਿੰਦੇ ਨੌਜਵਾਨ ਸੀ, ਵੱਡੇ ਵੱਡੇ ਲੰਮੇ ਕੇਸ, ਅਤੇ ਕਹਿੰਦੇ ਕੇਸ ਜਿਹੜੇ ਸੀ ਨਾ, ਜਿਵੇਂ ਘਾਹ ਦਾ ਪੂਲਾ ਜਲਦਾ ਹੈ, ਘਾਹ ਇਉਂ ਕਹਿੰਦੇ ਘਾਹ ਦੀ ਤਰ੍ਹਾਂ ਮੱਚ ਗਏ ਅੱਗ ਦੇ ਵਿੱਚ। ਅਤੇ ਆ ਜਿਹੜੇ ਹੱਡ ਸੀ ਨਾ, ਹੱਡ ਲੱਕੜਾਂ ਵਾਂਗੂ ਹੀ ਮੱਚ ਗਏ ਵਿੱਚ ਹੀ। ਕਹਿੰਦੇ ਇਉਂ ਵੇਖ ਕੇ ਨਾ, ਕਹਿੰਦੇ ਮਨ ਉਦਾਸ ਹੋ ਗਿਆ ਵੀ ਇਹ ਉਹੀ ਬੰਦਾ ਹੈ ਕੱਲ੍ਹ ਜਿਹੜਾ ਛਾਲਾਂ ਮਾਰਦਾ ਸੀ ਨਾ। ਦਾ ਮੱਚਿਆ, ਚਿੱਤ ਉਦਾਸ ਹੋ ਗਿਆ। ਸੱਚਮੁੱਚ ਜਦੋਂ ਆਪਣਿਆਂ ਨੂੰ ਤੋਰਨਾ ਪੈਂਦਾ, ਚਿੱਤ ਉਦਾਸ ਹੋ ਜਾਂਦਾ ਹੈ, ਬੜਾ ਗਮ ਦੇ ਵਿੱਚ ਡੁੱਬ ਜਾਂਦਾ। ਕਿਤੇ ਭੁਲੇਖੇ ਪੈਂਦੇ ਨੇ, ਯਾਦਾਂ ਭੁੱਲਦੀਆਂ ਨਹੀਂ ਹੈਗੀਆਂ। ਤਾਂ ਉਸ ਵੇਲੇ ਆਪਾਂ ਪੜ੍ਹ ਰਹੇ ਸੀ ਖਾਣਾ ਪੀਣਾ ਹੱਸਣਾ ਸੌਣਾ। ਜਦੋਂ ਮਨੁੱਖ ਨੂੰ ਮੌਤ ਵਿਸਰ ਗਈ, ਸਤਿਗੁਰੂ ਮਹਾਰਾਜ ਜੀ ਕਹਿੰਦੇ ਫਿਰ ਇਹਦਾ ਖਾਣਾ ਸ਼ੁੱਧ ਨਹੀਂ ਰਹਿੰਦਾ, ਇਹਦਾ ਪੀਣਾ ਸ਼ੁੱਧ ਨਹੀਂ ਰਹਿੰਦਾ, ਇਹਦਾ ਹੱਸਣਾ ਵੀ ਸ਼ੁੱਧ ਨਹੀਂ ਰਹਿੰਦਾ, ਇਹਦਾ ਸੌਣਾ ਵੀ ਸ਼ੁੱਧ ਨਹੀਂ ਰਹਿੰਦਾ। ਇਹ ਸਾਰੇ ਕਾਸੇ ਦੇ ਵਿੱਚ ਗੜਬੜ ਹੋ ਜਾਂਦੀ ਹੈ। ਕਿਉਂ? ਕਿਉਂਕਿ ਜਦੋਂ ਇਹਦੇ ਮੌਤ ਚੇਤੇ ਹੈ,
ਇਹਨੇ ਗੁਰੂ ਨਾਲ ਜੁੜਨਾ ਹੈ। ਜਦੋਂ ਇਹ ਗੁਰੂ ਨਾਲ ਜੁੜ ਗਿਆ, ਇਹਦੀ ਮੱਤ ਸ਼ੁੱਧ ਹੁੰਦੀ ਹੈ, ਮਨੁੱਖ ਦਾ ਖਿਆਲ ਸ਼ੁੱਧ ਹੁੰਦਾ ਹੈ, ਇਹਦੇ ਅੰਦਰ ਨਿਮਰਤਾ, ਪਰਉਪਕਾਰ ਤੇ ਸ਼ੁਭ ਗੁਣ ਪੈਦਾ ਹੁੰਦੇ ਨੇ। ਮੈਲ ਹੈ ਜਿਹੜੀ ਉਹ ਖਤਮ ਹੁੰਦੀ ਹੈ, ਇਹ ਮੈਲ ਤੋਂ ਰਹਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਇਹ ਗੁਰੂ ਨਾਲੋਂ ਟੁੱਟਦਾ ਹੈ, ਫਿਰ ਇਹਦੀ ਮੱਤ ਹੈ ਜਿਹੜੀ ਭਰੀ ਹੈ, ਮੱਤ ਪਾਪਾਂ ਕੈ ਸੰਗ। ਫਿਰ ਮਨੁੱਖ ਦੀ ਮੱਤ ਦੇ ਵਿੱਚ ਪਾਪ, ਬੁਰਾਈਆਂ, ਮੈਲ ਭਰਨੀ ਸ਼ੁਰੂ ਹੋ ਜਾਂਦੀ ਹੈ। ਤੇ ਫਿਰ ਜਦੋਂ ਮੈਲਾ ਹੋ ਗਿਆ, ਮੈਲੀ ਚੀਜ਼ ਤਕਰੀਬਨ ਸੰਸਾਰ ਨੂੰ ਵੀ ਪਸੰਦ ਨਹੀਂ, ਨਿਰੰਕਾਰ ਨੂੰ ਵੀ ਪਸੰਦ ਨਹੀਂ। ਕਿਉਂ? ਕਿਉਂਕਿ ਜਦੋਂ ਅਸੀਂ 1430 ਅੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਜਦੋਂ ਆਪਾਂ ਦਰਸ਼ਨ ਕਰਦੇ ਹਾਂ, 1430 ਅੰਗ ਦੇ ਵਿੱਚ ਇੱਕ ਵੀ ਬਚਨ ਨਹੀਂ ਜਿਹਦੇ ਵਿੱਚ ਮੈਲ ਹੋਵੇ। ਨਿਰਮਲ 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 ਤੇਰੀ ਬਾਣੀ, ਘਟ ਘਟ ਸੁਣੀ ਸ਼ਰਵਣ ਬਖਿਆਣੀ। ਅੱਗੇ ਸੁਣੋ, ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਇਹ ਗੁਰਬਾਣੀ ਹੈ। ਇਹ ਸੁਭਾਅ ਹੈ ਜਿਵੇਂ ਇੱਕ ਆਪਾਂ ਦੁੱਧ ਉਬਾਲ ਰਹੇ ਹਾਂ। ਦੁੱਧ ਹੈ ਜਿਹੜਾ ਨਾ, ਉਹ ਪਾਣੀ ਤੋਂ ਬਗੈਰ ਨਹੀਂ ਉਬਲਦਾ। ਜਦੋਂ ਅਸੀਂ ਦੁੱਧ ਨੂੰ ਉਬਾਲ ਰਹੇ ਹਾਂ, ਮਾਵਾਂ ਭੈਣਾਂ ਉਬਾਲਦੀਆਂ ਨੇ, ਜ਼ਰੂਰ ਦੁੱਧ ਦੇ ਵਿੱਚ ਪਾਣੀ ਪਾਉਣਾ ਪੈਂਦਾ ਹੈ। ਤੇ ਖਿਆਲ ਕੀਤਾ ਕਦੇ, ਜਿੰਨਾ ਵੀ ਅਸੀਂ ਦੁੱਧ ਦੇ ਵਿੱਚ ਪਾਣੀ ਪਾਉਂਦੇ ਹਾਂ, ਉਹ ਪਾਣੀ ਨਹੀਂ ਰਹਿ ਜਾਂਦਾ। ਭਾਵੇਂ ਉਹ ਪਾਣੀ ਕਿੰਨਾ ਵੀ ਮੈਲਾ ਪਾ ਦਿਓ, ਜਿਹਨੂੰ ਆਪਾਂ ਕਹਿੰਦੇ ਗੰਧਲਾ ਪਾਣੀ, ਗੰਧਲਾ ਪਾਣੀ ਦੁੱਧ ਦੇ ਵਿੱਚ ਪਾ ਦਿਓ, ਪਰ ਜਦੋਂ ਦੁੱਧ ਦੇ ਵਿੱਚ ਪੈ ਗਿਆ ਨਾ, ਦੁੱਧ ਦਾ ਇਹ ਸੁਭਾਅ ਹੈ, ਉਹ ਗੰਧਲੇ ਪਾਣੀ ਨੂੰ ਵੀ ਆਪਣਾ ਰੂਪ ਦੇ ਦਿੰਦਾ, ਪਤਾ ਨਹੀਂ ਲੱਗਣ ਦਿੰਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੰਧਲਾ ਪਾਣੀ ਦੁੱਧ ਦਾ ਰੂਪ ਧਾਰ ਜਾਂਦਾ ਹੈ। ਕੱਪੜੇ ਦੇ ਵਿੱਚ ਜਿੰਨੀ ਮਰਜ਼ੀ ਮੈਲ ਭਰ ਗਈ, ਜਦੋਂ ਸਾਬਣ ਦਾ ਸੰਗ ਹੋ ਗਿਆ, ਜਿੰਨਾ ਮਰਜ਼ੀ ਕੱਪੜਾ ਮੈਲਾ ਹੈ, ਸਾਬਣ ਜਿਹੜੀ ਹੈ ਨਾ, ਉਹ ਆਪਣਾ ਰੰਗ ਦਿਖਾਉਂਦੀ ਹੈ, ਕੱਪੜੇ ਨੂੰ ਸ਼ੁੱਧ ਨਿਰਮਲ ਤੇ ਪਵਿੱਤਰ ਬਣਾ ਦਿੰਦੀ ਹੈ ਜਦੋਂ ਸਾਬਣ ਦਾ ਸੰਗ ਹੋ ਗਿਆ। ਇਸੇ ਤਰ੍ਹਾਂ ਸਿੱਖਾ, ਜਿਸ ਦਿਨ ਤੈਨੂੰ ਗੁਰਬਾਣੀ ਦਾ ਸੰਗ ਹੋ ਗਿਆ ਤੇ ਗੁਰਬਾਣੀ ਨੇ ਤੈਨੂੰ ਆਪਣੇ ਵਰਗਾ ਬਣਾ ਲੈਣਾ। ਤੇਰੇ ਆਪਣੇ ਸਾਰਿਆਂ ਦੇ ਪਾਪ, ਔਗੁਣ, ਬੁਰਾਈਆਂ ਉਹਨਾਂ ਨੇ ਨਹੀਂ ਚਿਤਾਰਨੇ। ਔਗਣ ਕੋ ਨਾ ਚਿਤਾਰਦਾ। ਵਾਹਿਗੁਰੂ ਪਰਮੇਸ਼ਰ ਕਦੇ ਕਿਸੇ ਦੇ ਪਾਪ ਔਗਣ ਚਿਤਾਰਦਾ ਨਹੀਂ ਹੈ, ਪਰ ਕਹਿ ਦੇਵੇ ਤੇਰੇ ਦਰ ਦਾ ਭਿਖਾਰੀ ਦਰ ਆ ਗਿਆ ਜੀ, ਖੈਰ ਪਾ ਦਿਓ ਬੰਦਗੀ ਦਾ। ਕਦੇ ਮੰਗ ਕੇ ਵੇਖ, ਫਿਰ ਵੇਖ ਜਿਵੇਂ ਦੁੱਧ ਪਾਣੀ ਨੂੰ ਆਪਣਾ ਰੂਪ ਦਿੰਦਾ ਹੈ, ਸਾਬਣ ਕੱਪੜੇ ਦੇ ਵਿੱਚੋਂ ਮੈਲ ਨੂੰ ਕੱਢ ਕੇ ਮਾਰਦੀ ਹੈ। ਸਿੱਖਾ, ਉਵੇਂ ਗੁਰੂ ਨੇ ਤੈਨੂੰ ਆਪਣਾ ਜੀਵਨ, ਆਪਣਾ ਸੁਭਾਅ ਦੇ ਦੇਣਾ ਹੈ। ਗੁਰੂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਤੇ ਫਿਰ ਇਹਦਾ ਖਾਣਾ ਸ਼ੁੱਧ ਨਹੀਂ ਰਹਿੰਦਾ, ਇਹਦਾ ਪੀਣਾ ਸ਼ੁੱਧ ਨਹੀਂ ਰਹਿੰਦਾ, ਇਹਦਾ ਸੌਣਾ ਸ਼ੁੱਧ ਨਹੀਂ ਰਹਿੰਦਾ, ਇਹਦਾ ਹੱਸਣਾ ਸ਼ੁੱਧ ਨਹੀਂ ਰਹਿੰਦਾ। ਉਦਾਹਰਣ ਦੇ ਤੌਰ ਤੇ ਹੱਸਣਾ ਹੈ ਆਪਾਂ ਨੇ, ਜੇਕਰ ਹੱਸਣਾ ਭੁੱਲ ਜਾਈਏ, ਖੁਸ਼ ਰਹਿਣਾ ਭੁੱਲ ਜਾਈਏ, ਤਾਂ ਸਰੀਰ ਨੂੰ ਹਜ਼ਾਰਾਂ ਬਿਮਾਰੀਆਂ ਚਿੰਬੜ ਜਾਂਦੀਆਂ ਨੇ। ਕਦੇ ਖਿਆਲ ਕਰਕੇ ਵੇਖਿਓ, ਜਦੋਂ ਅਸੀਂ ਡਾਕਟਰ ਦੇ ਜਾਂਦੇ ਹਾਂ ਨਾ, ਖਾਸ ਕਰਕੇ ਜਿਹੜੇ ਬੱਚਿਆਂ ਨੂੰ, ਮਾਈ ਭਾਈ ਨੂੰ, ਜਿਨ੍ਹਾਂ ਨੂੰ ਚਿੰਤਾ ਦਾ ਰੋਗ ਲੱਗ ਜਾਂਦਾ, ਡਿਪਰੈਸ਼ਨ ਦਾ ਰੋਗ ਲੱਗ ਜਾਂਦਾ ਹੈ, ਡਾਕਟਰ ਪਹਿਲੀ ਵਾਰ ਪੁੱਛਦਾ ਹੈ, ਇਹ ਜ਼ਿਆਦਾ ਉਦਾਸ ਤਾਂ ਨਹੀਂ ਰਹਿੰਦਾ, ਇਹ ਜ਼ਿਆਦਾ ਚੁੱਪ ਤਾਂ ਨਹੀਂ ਰਹਿੰਦਾ, ਇਹ ਕਦੇ ਹੱਸਦਾ ਹੈ, ਪਰਿਵਾਰ ਨਾਲ ਬੈਠ ਕੇ, ਦੋਸਤਾਂ ਮਿੱਤਰਾਂ ਨਾਲ ਬੈਠ ਕੇ ਗੱਲਾਂ ਕਰਦਾ ਹੈ? ਕਹਿੰਦੇ ਨਹੀਂ ਜੀ, ਇਹ ਤਾਂ ਇਕੱਲੀ ਉਹ ਬੈਠੀ ਰਹਿੰਦੀ ਹੈ ਜਾਂ ਇਕੱਲਾ ਹੀ ਬੈਠਾ ਰਹਿੰਦਾ ਹੈ, ਇਹ ਤਾਂ ਧਰਤੀ ਵੱਲ ਝਾਕਦਾ ਹੈ। ਫਿਰ ਉਹ ਡਾਕਟਰ ਕਹਿੰਦਾ ਇਹਨੂੰ ਤਾਂ ਡਿਪਰੈਸ਼ਨ ਹੋ ਗਈ, ਇਹਨੂੰ ਤਾਂ ਚਿੰਤਾ ਦਾ ਰੋਗ ਲੱਗ ਗਿਆ। ਤੇ ਉੱਥੇ ਮਹਾਰਾਜ ਜੀ ਕਹਿੰਦੇ ਹੱਸਣਾ ਹੈ, ਖੁਸ਼ ਰਹਿਣਾ ਹੈ ਜ਼ਿੰਦਗੀ ਦੇ ਵਿੱਚ, ਕਿਉਂਕਿ ਜ਼ਿੰਦਗੀ ਮਿਲੀ ਉਹ ਖੁਸ਼ ਰਹਿਣ ਵਾਸਤੇ ਹੈ। ਇਹ ਜ਼ਿੰਦਗੀ ਉਦਾਸ ਰਹਿਣ ਵਾਸਤੇ ਨਹੀਂ ਮਿਲੀ। ਉਦਾਸ ਵਾਹਿਗੁਰੂ ਕਿਸੇ ਨੂੰ ਕਰਦਾ ਨਹੀਂ, ਉਦਾਸੀਆਂ ਤਾਂ ਵਾਹਿਗੁਰੂ ਤਾਂ ਚੱਕਦਾ ਹੈ। ਉਦਾਸੀਆਂ ਨੂੰ ਵਾਹਿਗੁਰੂ ਤਾਂ ਸਾਡੀ ਚਿੰਤਾ ਨੂੰ ਖਤਮ ਕਰਦਾ ਹੈ। ਉਦਾਸ ਰਹਿਣਾ ਤਾਂ ਮਨੁੱਖ ਨੇ ਜ਼ਿੰਦਗੀ ਦੇ ਵਿੱਚ ਕੁਝ ਕਰਮ, ਕੁਝ ਰਸਤੇ ਇਹੋ ਜਿਹੇ ਪਕੜ ਲਏ ਜਿਹੜੇ ਇਹਨੂੰ ਉਦਾਸੀਆਂ ਹੀ ਦਿੰਦੇ ਨੇ, ਜਿਹੜੇ ਇਹਨੂੰ ਚਿੰਤਾ ਹੀ ਦਿੰਦੇ ਨੇ, ਜਿਹੜੇ ਇਹਨੂੰ ਦੁੱਖਾਂ ਦੇ ਵਿੱਚ ਹੀ ਲੈ ਜਾਂਦੇ ਨੇ। ਗੁਰੂ ਕਦੇ ਵੀ ਕਿਸੇ ਨੂੰ ਚਿੰਤਾ ਨਹੀਂ ਦਿੰਦਾ, ਗੁਰੂ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਦਾ। ਬੰਦਾ ਕਹਿੰਦਾ ਜੀ ਮੈਨੂੰ ਤਾਂ ਫਲਾਣੇ ਨੇ ਕੁਛ ਕਰਾਤਾ, ਮੇਰੇ ਤਾਂ ਘਰ ਤੇ ਆਹ ਕਰਾਤਾ, ਨਹੀਂ ਗੁਰੂ ਜੀ ਤਾਂ ਕੁਝ ਹੋਰ ਕਹਿੰਦੇ ਨੇ। ਕਹਿੰਦੇ ਕਰਮ ਕੀ ਕਰਦਾ ਭਲਾ, ਤੇਰਾ ਖਾਣਾ ਪੀਣਾ, ਹੱਸਣਾ ਸੌਣਾ ਕਿਹੋ ਜਿਹਾ, ਉਹ ਸ਼ੁੱਧ ਹੈ। ਐਵੇਂ ਦੋਸ਼ ਨਾ ਦੇ ਕਿਸੇ ਨੂੰ, ਦੱਦਾ ਦੋਸ਼ ਨਾ ਦੇਊ ਕਿਸੇ। ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਆਵਰ ਜਾਣਾ। ਕਿਸੇ ਨੂੰ ਦੋਸ਼ ਨਾ ਦੇਈ ਬੰਦਿਆ, ਤੈਨੂੰ ਕੋਈ ਨਹੀਂ ਮਾਰ ਸਕਦਾ। ਜੇ ਤੇਰਾ ਰਸਤਾ ਸਹੀ ਹੈ, ਤੈਨੂੰ ਕੋਈ ਮਾਰਨ ਵਾਲਾ ਨਹੀਂ।
जे तू रास्ता गलत पकड़ गया तो सतगुरां ने डंके की चोट ते कह दिता की कहंदे भुल ना जाई तेरे माड़े कर्मां ने तैनू मारना किसे ने तैनू की मारना तेरे माड़े कर्मां ने तैनू मार किसे ने तैनू की मारना तेरे माड़े कर्मां ने तैनू मारना किसे ने तैनू की मारना तेरे माड़े कर्मां ने तैनू मारना किसे ने तैनू की मारना तेरे माड़े कर्मां ने तैनू मारना किसे ने तैनू की मारना तेरे माड़े कर्मां ने तैनू मारना तेरे तैनू की मारना तेरे माड़े कर्मां ने तैनू मारना कर्मां ने तैनू मारना तेने तैनू की मारना ओ तेरे माड़े कर्मां ने तैनू मार किसे ने तैनू की मारना तेरे माड़े कर्मां ने तैनू मारना किसे ने तैनू की मारना तेरे माड़े कर्मां ने तैनू मारना तेरे तैनू की मारना तेरे माड़े कर्मां ने तैनू मारना तेरे तैनू की मारना तेरे माड़े कर्मां ने तैनू मारना तेरे तैनू की मारना माड़ा कर्म है जिहड़ा ना ये तो बंदे दी जिंदगी नूं बर्बाद कर दिंदा है माड़ा कर्म। हुण आओ उत्थे ध्यान दिओ खाना पीना हसना सौना जदों इहनूं मौत विसर गई ना फिर इहदा खाना शुद्ध किवें नहीं रहिंदा। ये फिर जांदा 5 स्टार होटलों दे विच ये उत्थे वेखदा फिर बकरियां दे हड्ड सूरां दे हड्ड ते ये उत्थे हड्ड ते नाल जहर शरीर दे भोग ते जीव दे भोग इन्हां दे विच चलिया जांदा। इहदा खाना जिहड़ा शुद्ध खाना ना सतो गुणी वो ये भुल जांदा है। पीना पीना की है वाहिगुरू ने जल जिहड़ा अमृत जल बनाया है अमृत दुੱਧ बनाया है ये फिर इन्हां नूं तां छड्ड दिंदा है। इहदा पीना फिर आपां नूं पता ही है समाज दा कहण दी लोड़ नहीं। तंबाकू पींदा है जहर पींदा है बड़ा कुछ करदा है फिर इहदा पीना भी शुद्ध नहीं रहा। हसना कित्थे हसना कित्थे नहीं हसना अज दी एग्जाम्पल दे दियां जिहड़ा अज वापर रहा। वेखो कल भारत बंद सी बड़ा भरमा hungaरा मिलिया आपां नूं बहुत वधिया रहा भारत बंद कल दा समर्थन जिहड़ा मिलिया बड़ा जबरदस्त। पर ये क्यों करना पै रहा है सानू साल तो उपर समा हो चलिया असी दिल्ली दियां सड़कों ते बैठे हाँ अपने चंगे तो चंगे काम धंधे त्याग के छड्ड के अपना फर्ज समझते होए ते गुरमुखो उत्थे दिल्ली के बार्डरां ते असी बैठे हाँ ये सानू क्यों करना पिया क्योंकि जदों किसी दी दुख दी रग नूं कोई हथ पावे जदों किसी दी साह रग दे उत्ते कोई हथ रखे तो फिर अपने आप नूं छडाउणा तां पैंदा है ना। अपने आप नूं बचाउण वास्ते छडाउण वास्ते ये सानू करना पिया करना चाहिए ये ते कोई दो रावां नहीं हैगियां। तां हुण जो असी ये कर रहे हैं ये अपना दुख है बहुत वड्डा दुख है। वेखो आपां नूं कदे भैणां उलांभा दिंदियां ने धीआं उलांभा दिंदियां ने कहंदे बापू किन्ना चिर हो गया हुण तू गेड़ा नहीं मारिया वीरा साल हो गया तू आया नहीं। हुण अपना इक्को ही जवाब हुंदा भैणे धीए की करिए कम्मां तो वेल नहीं मिलती कम्मां तो वेल नहीं मिलती समा नहीं लगता। धी भैन कहंदी है बापू वीरा टाइम कढिया कर मेरा चित्त करदा जदों तू आउंदा नहीं ना तुसीं आउंदे नहीं तां सानूं उदासी हो जाती है। सच जाणो धीआं फुल्लियां नहीं समाउंदियां जदों वीर जांदा है भैन दे कोले प्यो जांदा है धी दे कोले ते भैणां धरती ते पैर नहीं ला जदों भरा जांदे ने। पर किते आपां 6 महीने साल धी कोल नहीं जाते भैन कोल नहीं जाते भी काम बहुत ज़्यादा ने। पर अज सारे जरूरी काम छड्ड के किते साडियां मावां
किते साडियां भैणां, किते साडे भरा, किते साडे पुत्त जरूरी धंदिਆਂ ਨੂੰ त्याग के 10-10 ਲੱਖ रुपये ਦੇ ट्रैक्टर ट्रालियां दिल्ली ਲਈ बैठे ने। क्यों? क्योंकि उन्हां बंदियां दा खाना पीना ते हसना शुद्ध नहीं रहा। सानू है दुख, किसान नूं हैगा दुख, क्योंकि उहदे मूँह विचों बुरकी खोही जाती है, उहदे हक मारे जा रहे ने, सानू हक नहीं मिल रहा। तो प्यारिओ उत्थे आपां बैठे आ दुखी। हुण ये जिहड़े इहदे माड़े कर्मां ने मारना, अमरीका दे विच गया, अमरीका दे विच गया, महाराज ने बाणी विच लिखिआ जे जीवै पत लथी जाए सब हराम जेता किश खाए। कहंदे जिहड़े बंदे दी पत ही लथ गई, जिहड़े बंदे दी इज्जत कौडी नहीं, कहंदे ਉਹਦੇ ਨਾਲ ਤਾਂ मर जाना चंगा है। तो USA ਦੇ ਵਿੱਚ, अमेरिका ਦੇ ਵਿੱਚ मोदी ਦਾ ਜਿਹੜਾ ਵਿਰੋਧ ਹੋਇਆ गुरमुखो, ਇਹਦੇ मीडिया ਦਾ ਜਿਹੜਾ ਉੱਥੇ ਵਿਰੋਧ ਹੋਇਆ, ਆਪਣੇ ਉੱਥੇ ਪੁੱਤਰਾਂ ਨੇ, ਆਪਣੇ ਉੱਥੇ ਪਿਓਾਂ ਨੇ, ਆਪਣੇ ਭਰਾਵਾਂ ਨੇ ਜਿਹੜਾ ਉੱਥੇ ਇਹਦਾ ਵਿਰੋਧ ਕੀਤਾ ਨਾ, ਉਹ ਇੱਕ ਇਤਿਹਾਸ ਬਣ ਗਿਆ। क्यों? सानू दुख है। पर इन्होंने की किया? अज तक हा दा नारा नहीं मारिया किसी किसान के प्रति, गल तक नहीं सुनी, बल्कि हस रहे ने, अंदर बैठ बैठ के हस रहे ने। ते सानू इन्होंने की कहा? कम्यूनिस्ट। इन्होंने सानू आख्या परजीवी, इन्होंने आख्या ये अतवादी, किन्ने किन्ने सानू ना दिते, होर भी ये तो कई ज़्यादा। पर प्यारिओ ये हस रहे ने ना। सतगुरां दी बाणी कहंदी है, कहंदे हसना है एक थां ते, हसना नहीं एक थां ते। कित्थे हसना है, कित्थे नहीं हसना, आ सुनियो किवें बिगड़ जांदा है। हुण सानू दुखी करके ये हस रहे ने, ये परमात्मा नू कबूल नहीं, कबूल नहीं। इन्हां दे माड़े कर्मां ने इन्हां नू मार देना। तपों राज राजों नरक। लगदा इनू भी पता नहीं मैं सदा वास्ते बैठे रहना है। नहीं, ये लोकतंत्र है। गद्दी दिंदियां भी समा नहीं लाउंदा, तख्ता पलटाउंदियां भी समा नहीं लाउंदा। पलटा देना तेरा तख्ता असीं ने। तां सुणिओ, महाराज कहंदे हसी एक थां ते, पर इत्थे ना हसी। किहड़ी गल? वो सुणिओ, महाराज दी बाणी कहंदी है हसना नहीं चाहिदा किसे दी गरीबी उत्ते, 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 हसना नहीं चाहिदा किसे दी गरीबी उत्ते। धार्मिक ग्रंथ आखदे ने, बुद्धिजीवी लोग आखदे ने, गुरु ग्रंथ साहब जी आखदे ने, पता की कहंदे? कहंदे तुसी रोजाना दी जिंदगी विच एक परण करो। किस गल दा? भी तुसी रोजाना रोज़मर्रा दे दिन सूरज चढ़दे दे नाल ये परण करो भी अज मैं किसे एक बंदे नूं खुश करना है। जदों तुसी ये परण करोगे, ਉਹਨੂੰ ਜਦੋਂ ਤੁਸੀਂ खुश कर लिया, ਉਹਦੇ खुश होण दी खुशी असीस ਤੁਹਾਡੇ तक अपने आप पहुँच जानी है। ਤੁਹਾਡਾ भी भला होवेगा ते ਉਹਨੂੰ ਤੁਸੀਂ खुश कीता, ਉਹਦਾ भी भला होवेगा। ਹੁਣ ਵੇਖੋ ਕਰੋੜਾਂ लोग, ਕਰੋੜਾਂ किसान, मजदूर, मुलाजम किन्ने दुखी ने ते ਉਹਨਾਂ तक की पहुँचेगा? माड़ा कर्म कर रहे ने, दुरसीसां पहुँच रहीਆਂ ने। की कहंदा बंदा? ਉਹ तेरा कख ना रहे। धन किसान, धन योधे ਜਿਹੜੇ सूरबीर साडे ਧੀਆਂ पुत्र किसानी के झंडे चुक के हर अंदोलन दे विच कुददे ने। एक बहुत वड्डी प्राप्ति है, पिछे नहीं हटते, मुबारक है। इस तरह ही चलना है। संघर्ष भावें लम्मा है पर जरूर जितांगे। आओ उत्थे भगत कबीर जी फिर कहंदे
ਜਦੋਂ ਕੋਈ ਮੌਤ ਹੋ ਜਾਵੇ, ਮਰਗ ਹੋ ਜਾਵੇ, ਸਾਨੂੰ ਜ਼ਰੂਰ ਦੱਸਣਾ। ਵਿਸਰ ਗਿਆ ਹੈ ਮਰਨਾ ਖਸਮ ਵਿਸਾਰ ਖੁਆਰੀ, ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਤੇ ਜਦੋਂ ਇਹਨੂੰ ਮਰਨਾ ਵਿਸਰ ਜਾਵੇ, ਇਹ ਪ੍ਰਮਾਤਮਾ ਨੂੰ ਵਿਸਾਰ ਦਿੰਦਾ ਹੈ। ਜਦੋਂ ਇਹਨੂੰ ਪ੍ਰਮਾਤਮਾ ਵਿਸਰ ਗਿਆ, ਫਿਰ ਬੰਦਾ ਪੁੱਠੇ ਸਿੱਧੇ ਕੰਮ ਬਹੁਤੇ ਜ਼ਿਆਦਾ ਕਰਦਾ ਹੈ, ਪ੍ਰਮਾਤਮਾ ਨਾਲੋਂ ਇਹਦੀ ਦੂਰੀ ਬਣ ਜਾਂਦੀ ਹੈ। ਇੱਕ ਦਿਨ ਫਿਰ ਇਹ ਪੱਲਾ ਝਾੜ ਲੈਂਦਾ ਹੈ ਵੀ ਛੱਡੋ ਪਰੇ, ਆਪਾਂ ਕਾਹਨੂੰ ਗੁਰੂ ਵਾਲੇ ਬਣਨਾ ਹੈ, ਜਾਂ ਆਪਾਂ ਕਾਹਨੂੰ ਨਾਮ ਜਪਣਾ, ਆਪਣਾ ਕਿਹੜਾ ਇਹ ਕੰਮ ਹੈ। ਵਿਸਰ ਗਿਆ ਨਾ। ਜਿਉਂ-ਜਿਉਂ ਵਿਸਰੀ ਜਾਵੇਗਾ ਕਿਸੇ ਵੀ ਚੀਜ਼ ਤੋਂ, ਜਦੋਂ ਆਪਾਂ ਮੰਨ ਲਓ ਕੋਈ ਰਿਸ਼ਤੇਦਾਰੀ ਹੈ ਆਪਣੀ, ਰਿਸ਼ਤੇਦਾਰੀ ਦੇ ਵਿੱਚ ਆਉਂਦੇ ਜਾਂਦੇ ਆ, ਰਿਸ਼ਤੇਦਾਰੀ ਦਾ ਪਿਆਰ ਬਣਿਆ ਰਹਿੰਦਾ ਹੈ। ਰਿਸ਼ਤੇਦਾਰੀ ਤੋਂ ਦੂਰੀ ਬਣਾ ਲਓ, ਬੱਚਿਆਂ ਦੇ ਨਾਂ ਵੀ ਚੇਤੇ ਨਹੀਂ ਰਹਿੰਦੇ, ਗੱਲ ਮੁਕਾ ਦਿਓ, ਇੰਨੀ ਦੂਰੀ ਬਣ ਜਾਂਦੀ ਹੈ। ਭਾਵੇਂ ਪਿੰਡ ਦੇ ਵਿੱਚ ਹੀ ਹੋਵੇ, ਭਾਵੇਂ ਪਿੰਡ ਤੋਂ 2 ਕਿਲੋਮੀਟਰ ਤੇ ਦੂਜਾ ਪਿੰਡ ਹੋਵੇ, ਤੇ ਉੱਥੇ ਆਉਣਾ ਜਾਣਾ ਛੱਡ ਦਈਏ ਨਾ, ਤੇ ਫਿਰ ਇਉਂ ਲੱਗਦਾ ਵੀ ਤਾਂ ਸਾਡੇ ਹੈ ਹੀ ਨਹੀਂ। ਇਸੇ ਤਰ੍ਹਾਂ ਇਹ ਹੋਇਆ ਜਦੋਂ ਅਸੀਂ ਗੁਰੂ ਦੀ ਬਾਣੀ ਨਾਲੋਂ ਟੁੱਟੇ, ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟੇ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਸੋਚ ਨਾਲੋਂ ਟੁੱਟੇ, ਫਿਰ ਬੰਦੇ ਨੂੰ ਇਉਂ ਭਾਸਣ ਲੱਗ ਜਾਂਦਾ ਵੀ ਇਹ ਤਾਂ ਆਪਣਾ ਵਿਸ਼ਾ ਹੀ ਨਹੀਂ ਹੈ, ਇਹ ਤਾਂ ਆਪਣਾ ਕੰਮ ਹੀ ਨਹੀਂ ਹੈ। ਜਿਹੜਾ ਕਿ ਜ਼ਿੰਦਗੀ ਦਾ ਇਹਦਾ ਸਭ ਤੋਂ ਸੋਹਣਾ ਵਣਜ ਸੀ, ਸਭ ਤੋਂ ਵਧੀਆ ਵਣਜ ਕਰਨਾ ਸੀ ਬੰਦੇ ਨੇ। ਮਹਾਰਾਜ ਜੀ ਨੇ ਬਾਣੀ ਵਿੱਚ ਬਚਨ ਲਿਖੇ ਨੇ, ਵਣਜ ਕਰੋ ਵਣਜਾਰੇ ਹੋ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਸਾਹੀ ਹੈ ਜੈਸੀ ਨਿਭੈ ਨਾਲ। ਬੰਦਿਆ ਕਿਉਂ ਭੁੱਲ ਗਿਆ? राम कहो चित लाए पाई रे, राम कहो चित लाए, राम कहो चित लाए पाई रे, राम कहो चित लाए, राम कहो चित लाए पाई रे, राम कहो चित लाए, राम कहो चित लाए पाई रे, राम कहो चित लाए, राम कहो चित लाए पाई रे, राम कहो चित लाए, राम कहो चित लाए पाई रे, राम कहो चित लाए। हाँ, राम कहो चित लाए पाई रे, राम कहो चित लाए, राम कहो चित लाए पाई रे, राम कहो चित लाए, राम कहो चित लाए पाई रे, राम कहो चित लाए, राम कहो चित लाए पाई रे, राम कहो चित लाए, राम कहो चित लाए पाई रे, राम कहो चित लाए, राम कहो चित लाए पाई रे, राम कहो चित लाए। ਇਹ ਸਤਿਗੁਰਾਂ ਨੇ ਫੈਸਲੇ ਦਿੱਤੇ ਹੋਏ ਨੇ ਗੁਰਬਾਣੀ ਦੇ ਵਿੱਚ। ਕਹਿੰਦੇ ਜਿਹੜਾ ਸਿਉਨਾ, ਚਾਂਦੀ, ਮਿੱਟੀ, ਲੋਹਾ ਆਪਾਂ ਇਕੱਤਰ ਕੀਤਾ ਹੋਇਆ, ਇੱਥੋਂ ਤੱਕ ਆ ਸਰੀਰ, ਜਿੰਨਾ ਕੁਝ ਵੀ ਆਪਾਂ ਇਕੱਠਾ ਕੀਤਾ, ਸਤਿਗੁਰਾਂ ਨੇ ਫੈਸਲਾ ਦਿੱਤਾ ਵੀ ਕੋਈ ਵੀ ਵਸਤੂ ਤੇਰੇ ਨਾਲ ਨਹੀਂ ਜਾਵੇਗੀ, ਨਾ ਕਿਸੇ ਨਾਲ ਗਈ ਹੈ, ਸਰੀਰ ਵੀ ਨਹੀਂ ਜਾਂਦਾ, ਗੱਲ ਮੁਕਾ ਦਿਓ। ਇਹ ਵੀ ਸਵਾਹ ਦੀ ਮੁੱਠੀ ਹੈ। ਫਿਰ ਫੈਸਲਾ ਦਿੱਤਾ ਮਹਾਰਾਜ ਨੇ ਵੀ ਇੱਕ ਚੀਜ਼ ਤੇਰੇ ਨਾਲ ਜਾਣੀ ਹੈ। ਆ ਵੇਖੋ, ਸੁਣੋ, ਭਾਈ ਰੇ ਰਾਮ ਕਹੋ ਚਿੱਤ ਲਾਏ, ਹਰ ਜਸ ਵੱਖਰ ਲੈ ਚੱਲੋ, ਸਹੁ ਦੇਖੈ ਪਤੀ ਆਏ। ਸਹੁ ਦਾ ਭਾਵ ਹੈ ਰੱਬ, ਪਤੀ, ਪ੍ਰਮਾਤਮਾ। ਕਹਿੰਦੇ ਇਹ ਵਸਤੂ ਪ੍ਰਮਾਤਮਾ ਨੇ ਵੇਖਣੀ ਹੈ ਵੀ ਕੁਝ ਲੈ ਕੇ ਆਇਆ ਕਿ ਖਾਲੀ ਇਹ ਤੁਰਿਆ ਆਇਆ ਸੰਸਾਰ ਤੋਂ। ਇਹ ਤਾਂ ਹੋਵੇਗੀ ਜੇ ਅੰਮ੍ਰਿਤ ਵੇਲਾ ਸੰਭਾਲਾਂਗੇ, ਜੇ ਗੁਰੂ ਗੁਰੂ ਜਪਾਂਗੇ ਨਾ, ਇਹ ਤਾਂ ਸਾਡੇ ਨਾਲ ਜਾਵੇਗੀ। ਹਰ ਜਸਰੇ ਮਨਾ ਗਾਇ ਲੈ, ਜੋ ਸੰਗੀ ਹੈ ਤੇਰੋ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਤੇ ਨਾਮ ਹੀ ਉੱਥੇ ਸੰਗੀ ਹੈ ਨਾ ਸਾਡਾ। ਉੱਥੇ ਤਾਂ ਇਹੀ ਚੀਜ਼ਾਂ ਨਿਭਣਗੀਆਂ, ਬਾਕੀ ਤਾਂ ਇੱਥੇ ਦਾ ਇੱਥੇ ਹੀ ਰਹਿਣ ਵਾਲਾ ਹੈ ਪਸਾਰਾ। ਇਹ ਪਸਾਰਾ ਸਮਝਣਾ ਪੈਂਦਾ, ਸਤਸੰਗ ਵਿੱਚੋਂ ਸਮਝ ਪੈਂਦੀ ਹੈ, ਵਰਨਾ ਪੈਂਦੀ ਨਹੀਂ ਜਿੱਥੇ ਮਰਜ਼ੀ ਮਨੁੱਖ ਤੁਰਿਆ ਫਿਰੇ। ਸੋ ਉੱਥੇ ਫਿਰ ਭਗਤ ਕਬੀਰ ਜੀ ਕਹਿਣ ਲੱਗੇ, ਇਉਂ ਜਾਣਾ ਜੀਵਨ ਸਾਥੀ ਮਾਤਾ ਲੋਈ ਜੀ। ਵੇਖੋ, ਜ਼ਿੰਦਗੀ ਇੱਕ ਆਪਣਾ ਗੱਡਾ ਹੁੰਦਾ ਨਾ, ਗੱਡਾ ਜਾਂ ਗੱਡੀ, 2 ਪਹੀਆਂ ਦਾ ਵਾਹਨ, 2 ਪਹੀਏ ਸਹੀ ਚੱਲਦੇ ਨੇ ਤਾਂ ਜ਼ਿੰਦਗੀ ਸੌਖੀ ਨਿਭਦੀ ਹੈ। ਪਤੀ ਪਤਨੀ ਦਾ ਜਿਹੜਾ ਸਫ਼ਰ ਹੈ, ਇੱਕ ਸੱਜੀ ਬਾਂਹ ਤੇ ਇੱਕ ਖੱਬੀ ਬਾਂਹ, ਇਹਨਾਂ ਦੇ ਵਿਚਾਰ ਮਿਲ ਜਾਣ, ਇਹਨਾਂ ਦਾ ਆਪਸੀ ਵਿਹਾਰ ਮਿਲ ਜਾਵੇ ਤੇ ਜ਼ਿੰਦਗੀ ਬੜੀ ਸੌਖੀ ਤੇ ਤਰੱਕੀ ਹੁੰਦੀ ਹੈ ਜ਼ਿੰਦਗੀ ਵਿੱਚ। ਤੇ ਜਿਹੜਾ ਭਗਤ ਕਬੀਰ ਜੀ ਤੇ ਮਾਤਾ ਲੋਈ ਜੀ, ਭਗਤ ਕਬੀਰ ਜੀ ਦੇ ਘਰੋਂ ਧਰਮ ਸੁਪਤਨੀ, ਇਹਨਾਂ ਦਾ ਜਿਹੜਾ ਜੀਵਨ ਸੀ ਨਾ, ਇੱਕ ਬਾ ਕਮਾਲ ਹੈ। ਇਤਿਹਾਸ ਪੜ੍ਹ ਕੇ ਵੇਖੋ, ਕਦੇ ਵੀ ਮਾਤਾ ਲੋਈ ਜੀ ਨੇ ਭਗਤ ਕਬੀਰ ਜੀ ਦਾ ਮੂੰਹ ਨਹੀਂ ਸੀ ਫਟਕਾਰਿਆ,
कदे भी ये नहीं सी आख्या भी तुसी आ मैनू क्यों आख्या, आ मैं नहीं करना, ये तुसी गलत कह रहे हो। नहीं, कहते मेरा पति परमेश्वर है, पति परमेश्वर मैनू जो आखदा मेरा फर्ज है मैं उहदी हर गल नूं ध्यान नाल सुनना ते मनना। माता लोई जी ने निभाती है सारी जिंदगी निभाती। सो इस तरह का सफ़र जदों चलता गया, कमाइयां वाले सी, बेहद कमाइयां। भगत कबीर जी ने तो इत्थों तक कह दिता, कहते वो दुनिया के लोगो पहला कहते मैं कल्ले ही कपड़ा बुनदा सी, मैं भी जुलाहा, मैनू भी लोगों ने शूदर नीच आख्या, पर कहते जदों मैनू स्वामी रामानंद जी का संग हो गया ना, उन्होंने मैनू गुरमंत्र दिता, गुरु की बाणी नाल जोड़ दिता। कहते मैनू लगता सी भी कपड़ा बुनो पैसे कमाओ, मैं भी इस तरह ही चलता सी कहते पहला, पर कहते जदों मैनू पता लग्या ना भी शिंबियां दा लड़का भगत नामदेव गुणां दा खजाना बन गया, परमेश्वर विच मन लीन कर दिता, कहते कबीर तू क्यों नहीं हो सकता, तू भी तो हो सकदा है। तो कहते फिर मैनू शौक लग गया। जदों शौक लग्या ना, कहते फिर मैं नाले तो कपड़ा बुनदा रहा, कपड़ा भी बुनिया ते नाल नाल कहते मैं परमात्मा की बंदगी करन लग गया, किरत दे नाल कीर्ति करन लग गया। ते मैं परमात्मा नूं रोजाना आखना तेरे दर दा भिखारी दर आ गया, खैर पा दिओ बंदगी दा। कहते फिर मैं बंदगी मंगण लग गया। फिर भगत जियां ने जदों बंदगी कीती, बंदगी करी गए करी गए करी गए। एक दिन लोकां ने पुछया, कहते भगत जी परमात्मा कित्थे रहिंदा है, ते तुसीं नाम जप जप के किहड़ी अवस्था नूं पहुंच गए। भगत जी की बाणी है, सुनियो प्रेम नाल की कहा। राम कबीरा एक भये हैं, 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 कबीरा एक भये हैं, राम कबीरा एक भये हैं, राम कबीरा एक भये हैं। कोई न सकै पछानी, 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 कोई न सकै पछानी। हाँ कोई न सकै पछानी, 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 कोई न सकै पछानी। कहंदे कबीर तू करता तू हुआ, मुझ में रहा ना हूँ, जब आपा पर का मिट गया जत देखो तत तू। उधर कहते राम कबीरा एक भये हैं, कोई ना सकै पछानी, हार हार जान दो ही एक हैं, बिब विचार कश नाहे, जल ते उपज तरंग ज्यों जल ही बेखै समाहे। ते उत्थे कबीरा कबीरा तू ही कबीर तू, तेरो नाव कबीर, सोई फिर कै तू भया, जाको कहता और। ये मैनू विसर गई है पंक्ति, खैर सतगुर जी कृपा करन याद आ जानी है मेरे। तां उत्थे भगत कबीर जी दे नाल माता लोई जी, बड़ा उत्तम जीवन, बड़ा सुंदर जीवन, बंदगी करन वालियां रूहां अज भगत जी संगियां नाल तुरे जा रहे ने। आप जपै अवरह नाम जपावै, क्योंकि दुकान दे विच जिहड़ा सौदा है दुकानदार ने उही बेचना है। इस तरह साडे अंतश करन भांडे दे विच जो पावे हैं, भांडे विच वस्त सा निकलै, क्या कोई करे बेचारा, जो जिए होए सो उगवै, मुँह का कहया वाओ, बीजै बिख मंगै अमृत, वेखो इहो ने आओ। कहंदे जो जीव दे अंदर है इन्हें उही बोलना है, जिहो जिहा भांडा उही जी आवाज़। हुण रब दे प्यारे नाम दा वणज करदे ने, तुरे जांदे ने संगियां दे नाल। ते रियासतां दे राजे, बनारस दा रियासती राजा अपने वजीरां अहलकारां दे नाल इउं तुरिया जांदा है रथ बग्घियां दे विच। भगत कबीर जी नूं संगी कहण लगे, भगत जी साइड ते हो जो, बादशाह तुरिया आउंदा है, राजा तुरिया आउंदा है।
ਭਗਤ ਜੀਆਂ ਨੇ ਧਿਆਨ ਹੀ ਨਹੀਂ ਦਿੱਤਾ। ਧੂੜਾਂ ਉੱਠਦੀਆਂ ਆਉਂਦੀਆਂ ਨੇ, ਰੱਥ ਬੱਗੀਆਂ, ਗੱਡੇ ਘੋੜੇ, ਫੌਜਾਂ, ਤੇ ਉਸ ਵੇਲੇ ਭਗਤ ਜੀਆਂ ਨੇ ਧਿਆਨ ਨਾ ਦਿੱਤਾ। ਜਦੋਂ ਬਿਲਕੁਲ ਨੇੜੇ ਆ ਗਏ, ਭਗਤ ਜੀ ਰਾਜਾ ਆ ਗਿਆ, ਰਾਜਾ ਬਾਦਸ਼ਾਹ ਸਾਈਡ ਤੇ ਹੋ ਜਾਓ। ਭਗਤ ਜੀ ਫਿਰ ਨਹੀਂ ਹੋਏ। ਇੰਨੇ ਨੂੰ ਉਹ ਨੇੜੇ ਆ ਗਏ। ਰਾਜਾ ਕਹਿੰਦਾ ਉਹ ਗੱਲ ਸੁਣੋ, ਰੋਕੋ ਰੱਥ, ਰੋਕੋ ਮੇਰਾ, ਬੱਗੀ ਰੋਕੋ। ਜਦੋਂ ਰੱਥ ਰੋਕ ਲਿਆ, ਬਾਦਸ਼ਾਹ ਰੱਥ ਤੋਂ ਉਤਰ ਕੇ, ਹੁੰਦਾ ਹੈ ਨਾ ਹੰਕਾਰ, ਮਾਣ ਹੁੰਦਾ, ਕਈ ਵਾਰੀ ਕਿੱਲੇ ਗਰਦਨ ਚ ਆਕੜ ਜਾਂਦੇ ਨੇ ਅਹੁਦਿਆਂ ਦੇ ਤੇ ਹੋਰ ਛੋਟੀਆਂ ਮੋਟੀਆਂ ਗੱਲਾਂ ਦੇ। ਇਹ ਆਦਿ ਕਾਲ ਤੋਂ ਐਸੇ ਹੀ ਸੁਭਾਅ ਹੈ। ਜੇ ਤਾਂ ਇਹਦੇ ਕੋਲੇ ਗੁਰੂ ਦੀ ਮੱਤ ਹੈ ਫਿਰ ਤਾਂ ਇਹ ਨਿਮਰਤਾ 'ਚ ਰਹਿੰਦਾ, ਨਹੀਂ ਤਾਂ ਬਸ ਇਹ ਕਹਿੰਦਾ ਮੇਰੇ ਵਰਗਾ ਕੌਣ ਹੈ, ਫੁੱਟਬਾਲ ਵਾਂਗੂ ਬੁੜਕਦਾ ਫਿਰਦਾ ਸੰਸਾਰ। ਤੇ ਉੱਥੇ ਕਿਉਂਕਿ ਲਿਖੇ ਪਏ ਨੇ ਮਹਾਰਾਜ ਨੇ ਬਚਨ, ਮੈਂ ਆਪਣੇ ਕੋਲੋਂ ਨਹੀਂ ਕਹਿੰਦਾ। ਸਾਕਤ ਕਹੀਏ ਨਾਸਤਕ ਬੰਦਾ, ਗੁਰੂ ਨਾਲ ਟੁੱਟਿਆ ਹੋਇਆ। ਸਾਕਤ ਹਰ ਰਸ ਸਾਧ ਨਾ ਜਾਣਿਆ, ਉਹਨੇ ਹਰੀ ਦੇ ਨਾਮ ਦੇ ਸਵਾਦ ਨੂੰ, ਰਸ ਨੂੰ ਜਾਣਿਆ ਹੀ ਨਹੀਂ। ਕਿਉਂ ਨਹੀਂ ਜਾਣਿਆ ਮਹਾਰਾਜ? ਮਹਾਰਾਜ ਕਹਿੰਦੇ ਤਿੰਨ ਅੰਤਰ ਹਉਮੈ ਕੰਡਾ ਹੈ। ਕਹਿੰਦੇ ਉਹਦੇ ਅੰਦਰ ਹੰਕਾਰ ਦਾ ਕੰਡਾ ਹੈ, ਉਹ ਮੈਂ ਕਰਦਾ ਫਿਰਦਾ ਹੈ, ਉਹ ਗੁਰੂ ਦੇ ਨੇੜੇ ਲੱਗਦੇ ਹੀ ਨਹੀਂ। ਤਾਂ ਭਾਈ ਕਬੀਰ ਜਾ ਕੋ ਖੋਜ ਤੇ ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਭਇਆ ਜਾ ਕੋ ਕਹਿਤਾ ਔਰ। ਕਹਿੰਦੇ ਜਿਹਨੂੰ ਕਹਿੰਦਾ ਸੀ ਨਾ ਕਿਤੇ ਹੋਰ ਹੈ, ਕੋਈ ਹੋਰ ਹੈ, ਕਹਿੰਦੇ ਜਦੋਂ ਖੋਜ ਕੀਤੀ ਨਾ, ਕਹਿੰਦੇ ਉਹੀ ਨਿਕਲਿਆ। ਕਹਿੰਦੇ ਤੂੰ ਤੇ ਉਹ ਇੱਕੋ ਹੀ ਹੋ। ਭੁੱਲ ਹੀ ਹੈ ਗੁਰਮੁਖੋ, ਭੁੱਲ ਭਰਮ ਸ਼ੱਕ, ਇਹ ਜਦੋਂ ਪਰਮੇਸ਼ਰ ਦਾ ਨਾਮ ਜਪ ਕੇ ਸ਼ਾਂਤ ਹੋ ਜਾਂਦੀਆਂ ਨੇ, ਭੁੱਲ ਭਰਮ ਤੇ ਸ਼ੰਕਾ, ਤੇ ਫਿਰ ਇਹਦੇ ਵਿੱਚ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਹੈ, ਇੱਕੋ ਹੀ ਨੇ, ਦੋ ਨਹੀਂ ਹੈਗੇ। ਦੋ ਤਾਂ ਮੈਂ ਨੇ ਕੀਤੇ ਨੇ, ਮੈਂ ਤੇ ਤੂੰ ਦੋ ਹੋ ਗਏ ਨਾ। ਜਦੋਂ ਮੈਂ ਨੂੰ ਛੱਡ ਦਿੱਤਾ, ਪਿੱਛੇ ਕੀ ਰਹਿ ਗਿਆ? ਤੂੰ। ਬਸ ਆਹੀ ਗੱਲ ਹੈ। ਸੋ ਭਾਈ ਉੱਥੇ ਫਿਰ ਜਦੋਂ ਬਾਦਸ਼ਾਹ ਉਤਰਿਆ, ਉਹਨੇ ਜਿਹੜੇ ਬੋਲੀ ਨਾ, ਕਹਿੰਦਾ ਉਹ ਜਲਾਹਿਆ, ਤੈਨੂੰ ਪਤਾ ਨਹੀਂ ਹੈ ਮੇਰੀ ਫੌਜ ਆ ਰਹੀ ਹੈ, ਤੂੰ ਰਸਤੇ 'ਚੋਂ ਪਰੇ ਨਹੀਂ ਹੋਇਆ। ਭਗਤ ਜੀ ਖੜ ਗਏ, ਕਹਿੰਦੇ ਰਾਜਨਾ ਖੜ ਜਾ। ਕਹਿੰਦੇ ਕਿਉਂ ਭੱਜਿਆ ਫਿਰਦਾ, ਤ੍ਰਿਸ਼ਨਾ ਦੇ ਵਿੱਚ ਕਿਉਂ ਐਵੇਂ ਮੱਚਦਾ ਫਿਰਦਾ ਅੱਗ ਦੇ ਵਿੱਚ, ਕੋਈ ਗੱਲ ਸੁਣ ਲੈ। ਕਹਿੰਦੇ ਕਿਹੜੀ ਗੱਲ? ਕਹਿੰਦੇ ਜਿਹੜੀ ਮਨ ਨੂੰ ਠੰਡ ਦੇ ਦੇਵੇ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿੰਦਾ ਉਹ ਕੀ ਹੁੰਦਾ? ਕਹਿੰਦੇ ਪਰਮੇਸ਼ਰ ਦਾ ਨਾਮ, ਰੱਬ ਦੇ ਘਰ ਦੀ ਵਿਚਾਰ, ਰੱਬ ਦੇ ਘਰ ਦੀ ਗੱਲ, ਇਹ ਕਹਿੰਦੇ ਅੰਦਰ ਨੂੰ ਠੰਡ ਦਿੰਦੀ ਹੈ। ਕਿਉਂਕਿ ਕੱਲ ਤਾਤੀ ਠੰਡਾ ਹਰ ਨਾਉ, ਸਿਮਰ ਸਦਾ ਸੁਖ ਪਾਓ। ਪਰਮੇਸ਼ਰ ਦੀ ਵਿਚਾਰ, ਪਰਮੇਸ਼ਰ ਦਾ ਨਾਮ ਠੰਡਾ ਹੈਗਾ, ਤਪਦਿਆਂ ਨੂੰ ਠਾਰ ਦਿੰਦਾ ਹੈ। ਤਾਂ ਰਾਜਾ ਕਹਿੰਦਾ ਗੱਲ ਸੁਣ, ਪਰੇ ਹੋ ਜਾ, ਮੈਨੂੰ ਇਹੋ ਜਿਹਾ ਉਪਦੇਸ਼ ਨਾ ਦੇ। ਸੰਖੇਪ ਦੇ ਵਿੱਚ ਆਵਾਂ, ਸਮਾਂ ਥੋੜ੍ਹਾ, ਵੱਡੀ ਵਿਚਾਰ ਹੋਈ ਸੀ। ਭਗਤ ਕਬੀਰ ਜੀ ਕਹਿੰਦੇ ਰਾਜਨਾ, ਜਿੱਥੇ ਤੈਨੂੰ ਮੌਕਾ ਮਿਲਿਆ ਸਮਾਜ ਦੀ ਸੇਵਾ ਕਰਨ ਦਾ, ਜਨਤਾ ਦੀ ਸੇਵਾ ਕਰਨ ਦਾ, ਕਹਿੰਦੇ ਉੱਥੇ ਪਰਮੇਸ਼ਰ ਦਾ ਸ਼ੁਕਰਾਨਾ ਕਰਦਾ ਹੁੰਦਾ। ਕਹਿੰਦਾ ਕਿਹੜਾ ਪਰਮੇਸ਼ਰ? ਕਹਿੰਦਾ ਮੇਰੀ ਚੱਲਦੀ ਅੱਜ ਦੁਨੀਆ ਤੇ, ਜੇ ਇਸ਼ਾਰਾ ਕਰ ਦੇਵਾਂ ਨਾ, ਇਸ਼ਾਰਾ ਕਰ ਦੇਵਾਂ, ਪਤਾ ਨਹੀਂ ਮੈਂ ਕੀ ਕਰ ਦੇਵਾਂ। ਭਗਤ ਜੀ ਨੇ ਬੜਾ ਸਮਝਾਇਆ, ਕਹਿੰਦੇ ਰਾਜਨਾ ਤੇਰੇ ਵਰਗੇ ਬਹੁਤ ਬਾਦਸ਼ਾਹ ਆ ਕੇ ਮੁੜ ਗਏ, ਨਾ ਕਰ ਮਾਣ ਇਸ ਗੱਲ ਦਾ, ਨਾ ਕਰ ਹੰਕਾਰ, ਪਰਮੇਸ਼ਰ ਤੋਂ ਡਰ। ਕਹਿੰਦਾ ਕਿਹੜਾ ਰੱਬ? ਮੈਂ ਨਹੀਂ ਜਾਣਦਾ ਕਿਸੇ ਰੱਬ ਨੂੰ। ਭਗਤ ਜੀ ਨੇ ਫਿਰ ਕਹਿ ਦਿੱਤਾ, ਕਹਿੰਦੇ ਔਖਾ ਹੋ ਜੂ ਤੈਨੂੰ ਫਿਰ। ਉਹ ਡਰੀਏ ਕਰਤਾਰ ਤੋਂ ਉੱਚੇ ਨਾ ਬੋਲੀਏ, 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 ਡਰੀਏ ਕਰਤਾਰ ਤੋਂ
ਕਹਿੰਦੇ ਉੱਚਾ ਬੋਲ ਨਾ ਬੋਲ, ਇਹਦਾ ਲੇਖਾ ਦੇਣਾ ਔਖਾ ਹੋ ਜੂ। ਕਹਿੰਦੇ ਪਰੇ ਹੋ ਜਾ, ਇਉਂ ਨਾ ਜਾਂ ਤਾਂ ਸੁਲਾ ਨਾਲ ਹੋ ਜਾ, ਨਹੀਂ ਧੱਕੇ ਮਾਰ ਕੇ ਪਰੇ ਕਰ ਦਾਂਗਾ। ਭਗਤ ਜੀ ਕਹਿੰਦੇ ਚੰਗਾ, ਅੱਜ ਤਾਂ ਤੈਨੂੰ ਮੈਂ ਆਖਦਾ ਵੀ ਰੱਬ ਦਾ ਨਾਮ ਜਪ ਲਿਆ ਕਰ, ਉਹਦਾ ਸ਼ੁਕਰ ਕਰ ਲਿਆ ਕਰ ਥੋੜ੍ਹਾ ਬਹੁਤਾ। ਕਹਿੰਦੇ ਇੱਕ ਸਮਾਂ ਆਵੇਗਾ ਜਦੋਂ ਫਿਰ ਤੈਨੂੰ ਲੇਲੜੀਆਂ ਕੱਢਣੀਆਂ ਪੈਣਗੀਆਂ। ਕਹਿੰਦਾ ਕੋਈ ਨਹੀਂ, ਵੇਖ ਲਾਂਗੇ, ਤੇਰੇ ਵਰਗਾ ਬੂਬ ਨਾ 100 ਫਿਰਦਾ ਹੈ। ਹੰਕਾਰ ਵਿੱਚ ਇਹ ਬੋਲ ਗਿਆ। ਆਖਰ ਵਾਹਿਗੁਰੂ ਦੀ ਖੇਡ ਹੈ ਜਿਹੜੀ ਨਾ, ਵਾਹਿਗੁਰੂ ਸੁਪਰੀਮ ਪਾਵਰ ਹੈ, ਪ੍ਰਮਾਤਮਾ ਪਰਮੇਸ਼ਰ। ਜਿੱਥੇ ਬੰਦੇ ਦਾ ਜ਼ੋਰ ਤਾਣ ਮੁੱਕ ਜਾਂਦਾ ਹੈ, ਬੰਦੇ ਦਾ ਕੋਈ ਜ਼ੋਰ ਨਹੀਂ ਚੱਲਦਾ, ਫਿਰ ਇਹ ਟਿਕ ਕੇ ਬੈਠ ਜਾਂਦਾ ਹੈ। ਤਾਂ ਸਮਾਂ ਬਹੁਤਾ ਨਹੀਂ ਲੰਘਿਆ, ਰਾਜੇ ਨੂੰ ਕੋਹੜ ਦਾ ਰੋਗ ਹੋ ਗਿਆ। ਸੰਖੇਪ ਦੇ ਵਿੱਚ ਆਵਾਂ, ਕਿਉਂਕਿ ਜਦੋਂ ਅਸੀਂ ਬੁਰਾ ਰਸਤਾ ਫੜਾਂਗੇ, ਬੁਰੇ ਮਾਰਗ ਪਵਾਂਗੇ, ਤਾਂ ਇਹ ਗੱਲਾਂ ਸੁਭਾਵਿਕ ਹੋ ਜਾਂਦੀਆਂ ਨੇ। ਪਰਮੇਸ਼ਰ ਦਾ ਬਿਰਧ ਹੈ, ਲਿਖੇ ਪਏ ਨੇ ਬਚਨ, ਖਾਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲੈ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਫਿਰ ਅੰਨੇ ਮਨ ਨੂੰ ਸਜ਼ਾ ਮਿਲਦੀ ਹੈ, ਤਨ ਦੇ ਵਿੱਚੋਂ ਰੋਗ ਉੱਠ ਖੜ੍ਹਦੇ ਨੇ, ਸਰੀਰ ਨੂੰ ਭਿਆਨਕ ਰੋਗ ਲੱਗ ਜਾਂਦੇ ਨੇ। ਉਹ ਰੋਗ ਰਾਜੇ ਨੂੰ ਲੱਗ ਗਿਆ, ਤੇ ਜਦੋਂ ਲੱਗਿਆ ਬੜਾ ਹੰਕਾਰ ਸੀ, ਖਜ਼ਾਨੇ ਭਰੇ ਪਏ ਨੇ, ਮੈਂ ਤਾਂ ਹੁਣ ਵੈਦਾਂ ਹਕੀਮਾਂ ਕੋਲੇ ਜਾ ਕੇ ਹੁਣ ਇਲਾਜ ਕਰਵਾ ਲੈਣਾ। ਪਰ ਨਹੀਂ, ਪ੍ਰੇਮੇ ਕੋੜੀ ਦਾ ਇਲਾਜ ਕਿਤੋਂ ਹੋਇਆ ਸੀ ਭਲਾ? ਬਥੇਰੇ ਵੈਦਾਂ ਕੋਲੇ ਗਿਆ ਸੀ, ਸ਼ਾਹੂਕਾਰ ਦਾ ਲੜਕਾ ਸੀ, ਬਹੁਤ ਅਮੀਰ ਸੀ। ਜਦੋਂ ਸਰੀਰ ਫੁੱਟ ਗਿਆ ਨਾ, ਕਿਤੋਂ ਇਲਾਜ ਨਾ ਹੋਇਆ, ਹੱਡੀਆਂ ਨਿਕਲ ਗਈਆਂ ਸਰੀਰ ਦੀਆਂ, ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਆ ਸੀ। ਫਿਰ ਪੁੱਠੇ ਪਾਸੇ ਪੈ ਗਿਆ ਸੀ, ਕੁਸੰਗੀ ਹੋ ਗਿਆ ਸੀ। ਤਾਂ ਇਸੇ ਤਰ੍ਹਾਂ ਇਹ ਜਿਹੜਾ ਸੀ ਰਾਜਾ, ਇਹਨੂੰ ਕੋਹੜ ਹੋ ਗਿਆ। ਹੁਣ ਜਦੋਂ ਕੋਹੜ ਹੋ ਗਿਆ, ਗੁਰਮਖੋ, ਕੋਈ ਵੀ ਆਪਣੇ ਘਰ ਦੇ ਵਿੱਚ ਪਦਾਰਥ ਪਿਆ, ਧੀ ਹੈ, ਪੁੱਤ ਹੈ, ਸਿਉਨਾ ਚਾਂਦੀ, ਗੱਡੀਆਂ, ਜ਼ਮੀਨ, ਕੋਠੀਆਂ, ਇਹ ਓਨਾ ਚਿਰ ਹੀ ਸੋਹਣੀਆਂ ਲੱਗਦੀਆਂ ਨੇ ਜਿੰਨਾ ਚਿਰ ਮਾਹੌਲ ਠੀਕ ਹੈ। ਜੇ ਮਾਹੌਲ ਵਿਗੜ ਗਿਆ ਨਾ, ਹੁਣ ਰਾਜੇ ਦੇ ਸਰੀਰ ਦਾ ਮਾਹੌਲ ਵਿਗੜ ਗਿਆ, ਹੁਣ ਉਹਨੂੰ ਟੇਕ ਕਿੱਥੇ ਆ ਭਲਾ? ਉਹ ਤੇ ਮੱਖੀਆਂ ਭਣਕਦੀਆਂ ਨੇ। ਜਿਹੜੀਆਂ ਰਾਣੀਆਂ ਕਹਿੰਦੀਆਂ ਸੀ ਤੇਰੇ ਬਗੈਰ ਮਿੰਟ ਨਹੀਂ ਸਰਦਾ, ਅੱਜ ਉਹ ਰਾਣੀਆਂ ਵੀ ਮੂੰਹ ਤੇ ਪੱਲਾ ਲਾ ਕੇ ਕੋਲ ਦੀ ਲੰਘ ਜਾਂਦੀਆਂ ਨੇ। ਜਿਹੜੇ ਨੌਕਰ ਵਜ਼ੀਰ ਅਹਿਲਕਾਰ ਕਦੇ ਮਾਲਸਾਂ ਕਰਦੇ ਸੀ, ਤੇ ਅੱਜ ਜੇ ਰਾਜਾ ਆਵਾਜ਼ ਵੀ ਮਾਰਦਾ ਨਾ, ਤਾਂ ਵੀ ਕੰਨਾਂ ਤੇ ਹੱਥ ਰੱਖ ਕੇ ਪਰੇ ਮੂੰਹ ਕਰਕੇ ਲੰਘ ਜਾਂਦੇ ਨੇ। ਤੇ ਅਖੀਰ ਗੁਰਮਖੋ ਕੋਈ ਦਵਾਈ ਨਹੀਂ ਲੱਗ ਰਹੀ, ਰਾਜਾ ਉੱਚੀ ਉੱਚੀ ਰੋਣ ਲੱਗ ਗਿਆ। ਸਤਿਗੁਰਾਂ ਦੀ ਬਾਣੀ ਕਹਿੰਦੀ ਹੈ, ਇਹ ਤਾਂ ਫਿਰ ਸਮਾਂ ਆਉਂਦਾ ਹੈ। ਉਹ ਜਿਹਨੂੰ ਵਿਸਰ ਜੇ ਗੁਰਾਂ ਦੀ ਬਾਣੀ, ਉਹ ਪੱਕੇ ਰੋਗੀ ਵਾਂਗ ਬਿਲ ਕੇ, ਜਿਹਨੂੰ ਵਿਸਰ ਜੇ ਗੁਰਾਂ ਦੀ, ਪੱਕੇ ਰੋਗੀ ਵਾਂਗ ਬਿਲ ਕੇ, ਵਿਸਰ ਜੇ ਗੁਰਾਂ ਦੀ ਬਾਣੀ, ਪੱਕੇ ਰੋਗੀ ਵਾਂਗ ਬਿਲ ਕੇ, ਜਿਹਨੂੰ ਵਿਸਰ ਜੇ ਬਾਣੀ, ਪੱਕੇ ਰੋਗੀ ਵਾਂਗ ਬਿਲ ਕੇ, ਵਿਸਰ ਜੇ ਗੁਰਾਂ ਦੀ ਬਾਣੀ, ਪੱਕੇ ਰੋਗੀ ਵਾਂਗ ਬਿਲ ਕੇ, ਜਿਹਨੂੰ ਵਿਸਰ ਜੇ ਗੁਰਾਂ ਦੀ ਬਾਣੀ, ਪੱਕੇ ਰੋਗੀ ਵਾਂਗ ਬਿਲ ਕੇ, ਜਿਹਨੂੰ ਵਿਸਰ ਜੇ ਗੁਰਾਂ ਦੀ ਬਾਣੀ, ਗੁਰਾਂ ਦੀ ਬਾਣੀ, ਪੱਕੇ ਰੋਗੀ ਵਾਂਗ ਵਿਲ ਕੇ, ਜਿਹਨੂੰ ਵਿਸਰ ਜੇ ਗੁਰਾਂ ਦੀ ਬਾਣੀ, ਪੱਕੇ ਰੋਗੀ ਵਾਂਗ ਵਿਲ ਕੇ, ਵਿਸਰ ਜੇ ਗੁਰਾਂ ਦੀ ਬਾਣੀ, ਪੱਕੇ ਰੋਗੀ ਵਾਂਗ ਬਿਲ ਕੇ, ਜਿਹਨੂੰ ਵਿਸਰ ਜੇ ਗੁਰਾਂ ਦੀ ਬਾਣੀ, ਪੱਕੇ ਰੋਗੀ ਵਾਂਗ ਬਿਲ ਕੇ, ਵਿਸਰ ਜੇ ਗੁਰਾਂ ਦੀ ਬਾਣੀ, ਪੱਕੇ ਰੋਗੀ ਵਾਂਗ ਬਿਲ ਕੇ, ਜਿਹਨੂੰ ਵਿਸਰ ਜੇ ਗੁਰਾਂ ਦੀ ਬਾਣੀ, ਪੱਕੇ ਰੋਗੀ ਵਾਂਗ ਬਿਲ ਕੇ। ਅੱਜ ਸੰਸਾਰ ਤੇ ਨਿਗਾਹ ਮਾਰੋ, ਆਚਾਰ, ਆਹਾਰ, ਵਿਵਹਾਰ, ਆਚਰਣ ਨਜ਼ਰ ਆਉਂਦਾ ਕਿਤੇ? ਕਿਸੇ ਘਰ ਵਿੱਚ, ਕਿਸੇ ਪਰਿਵਾਰ ਵਿੱਚ, ਸਮਾਜ ਵਿੱਚ। ਉਹਦਾ ਕਾਰਨ ਕੀ ਹੈ? ਸੁਣੋ ਗੁਰੂ ਨਾਨਕ ਦੇਵ ਸਾਹਿਬ ਜੀ ਕੀ ਕਹਿੰਦੇ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਪੱਕੇ ਰੋਗੀ ਦਾ ਅਰਥ ਹੈ ਗੁਰਬਾਣੀ ਵਿੱਚ ਕੋਹੜ ਦਾ ਰੋਗੀ। ਕੋਹੜ ਦੇ ਰੋਗੀ ਨੂੰ ਪੱਕਾ ਰੋਗੀ ਲਿਖਿਆ।
सो कहते कोढ़ दे रोगी नूं टेक नहीं हुंदी, शांति नहीं हुंदी, वो पै नहीं सकता, वो हाय 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 करना लग जाता है, क्योंकि शरीर मचदा है। अपने थोड़ा जा किते कई बार दर्द हो जावे, खाज हो जावे, खुरक हो जावे तो बंदा बेचैन हो जाता है। वो जिहदा सारा शरीर ही फुट जावे उहनूं टेक कित्थे है। तो फिर राजा रो रहा है, बैदा हकीमां कोले गया, नहीं कितों इलाज बनिया। अज कहंदा रब्बा कोलों दी लंघिया जांदा भगत कबीर जी दा संगी, वो संग ही बंदे दा जीवन है। संग माड़ा हो गया जीवन बर्बाद है, संग चंगा हो गया तो गुरु के दर ते प्रवान हो जाइंदा है। बस ये नुकते की गल है। तो भाई कबीर जी का भगत जी का संगी लंघिया जाता है। राजा दुखी होया, कहंदा रब्बा हुण मेरी जिंद बहुत औखी है, शरीर चो जिंद कढ़ लै, मेरे अपने भी पराए हो गए। हुण मेरियां राणियां, मेरे राजकुमार, मेरे वजीर, मेरे अहलकार भी मेरे तो मूँह वट के लंघ जाते हैं। रब्बा शरीर चो जिंद कढ़ लै, ये तो बाद मैनू जिहड़ा हुण जिंदगी लंघाउणी बहुत औखी है। भगत कबीर जी का संगी वापस मुड़ आया, कहंदे राजना एड्डी वड्डी गल क्यों आखी? कहंदा आखा ना तो होर की आखा, भुखा मैं मरदा, कोढ़ ने मैनू तपाया होया ते मैं होर की करां, मैं हुण मरना चाहुंदा। कहंदे एक गल मेरी मन लै, लो सुन लो, जदों सुखां दे विच सी दुख दारू सुख रोग भया, जा सुख ताम ना होई। कहंदे 99% लोग दुनिया के सुख दे विचों वाहिगुरू की याद नूं भुला दिंदे ने भी आपां की लैणा, भुल जांदा है। फिर कहंदे जदों सुखी सी उस दिन भगत जी नूं कहंदा जुलाहिया रस्ते चों परे हट जा, सोला नाल हट जा, नहीं धक्के मार के हटा देंगा। उस दिन गल नहीं सुनी, अज दुखी है। भगत कबीर जी का संगी कहंदा मेरी गल सुन लै। कहंदा सुना। कहंदे जे तेरा इलाज मैं करवा दियां। कहंदा कमला होया, मेरे खजाने भरे पे ने हीरे लालां दे, मैं बड़े बड़े बैदां हकीमां कोले चलिया गया, इलाज उन्हां तो नहीं होया, तू 2 कौडियां दा बंदा किवें करा देंगा? कहंदे नहीं, जिथे बैदां हकीमां दी पहुँच मुक जावे उत्थे मेरे प्यारे भगत कबीर जी बैठे ने बनारस दे विच, चल उन्हां दे कोल तेरा इलाज करवावां। किन्ना माण हुंदा गुरमुखो अपने प्यारियां ते भगतां नूं। तां उस वेले कहंदा सचमुच? कहंदे हाँ। संखेप दे विच आवां, रथ बग्गी दे विच राजे नूं जिवें किवें करके सिट लिया, भगत जी दे घर चले गए। बहुत सारे लोग नाल भी, वेखांगे की बनदा है। अगे गुरमुखो भगत जियां दे घरों माता लोई जी, माता लोई जी कहंदे कौन ने हो? इन्ना वड्डा इकट्ठ, ये कौन है जिहड़ा हाय हाय करदा है? माता जी ये राजा है अपना, इहदा ये हाल क्यों होया? कहंदे माता जी इहनूं कोढ़ हो गया। कहंदे हुण कीती दा तां भुगतना ही पैना ना, इन्हें जो कीता भुगतना पैना, भुगत रहा भुगतण दिओ, इत्थे काहतों लिआए हो? राजे ने धीमी आवाज़ विच आखिया, कहंदा माँ मैं भगत जी दे दर्शन करन आया। कहंदे किहड़े भगत दे? कहंदे भगत कबीर जियां दे। अज अकल टिकाणे आ गई, क्योंकि अज वो समा बन गया जिंदगी ते मौत का वड्डा दुख डिग पिया। तां भगत जी तां बाहर गए ने, वो तां शाम नूं आउणगे, हो सकदा कल नूं आउण। वो तां अपने संगियां दे नाल जाके रब दीयां गल्लां करदे ने, सच्ची सुच्ची किरत करन दा उपदेश देण गए होए ने। बच्चों वांगू रोण लग गया। कहंदे रोंदा क्यों है माता लोई जी? कहंदा माँ रोंदा इस करके आ, मेरी जान बहुत औखी है। कहंदे फिर रो ना, तू उत्थे आ गया मेरा वैद गुरु गोबिंदा। कहंदे हुण तू उत्थे आ गया जिथे तेरा दुख मिट जाना है। कहंदा जी भगत जी तां है नहीं। कहंदे बैठ पीढ़ी ते बैठ गया। माता जी कहंदे नेत्र बंद कर, परमात्मा दे नाल सुरत जोड़। सुरत जोड़ी, कहंदे शरधा नाल कहदे राम भाई रे राम कहो चित लाए, तेरे दर दा भिखारी दर आ गया जी, खैर पा दिओ बंदगी दा, उत्थे आ गया अज। वेखियो फिर कहा राम, कहंदे खोल अखां, प्रतख होया गुरमुखो कमाइयां वाले दे रसना ते महाराज ने बाणी विच लिखिया पिया, कदे भरोसा करिए प्रभ जी बसै साध की रसना, नानक जन का दासन दसना। ओ बसदा परमात्मा संतां दी रसना उत्ते, 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 बसदा परमात्मा संतां दी
परमात्मा संतां दी रसना उत्ते वसदा परमात्मा संतां दी रसना उत्ते वसदा परमात्मा जी संतां दी रसना उत्ते वसदा परमात्मा संतां दी रसना उत्ते वसदा परमात्मा संतां दी रसना उत्ते वसदा परमात्मा संतां दी रसना उत्ते। ਖਿਆਲ ਕਰਿਆ ਕਰੋ ਜਿੰਨਾ ਕੁ ਦਾਸ ਨੇ 20 ਸਾਲਾਂ ਦੇ ਤਜਰਬੇ ਵਿੱਚ ਸਿੱਖਿਆ ਤੇ ਹੁਣ ਸਿੱਖ ਰਹੇ ਹਾਂ, ਤੁਹਾਡੇ 'ਚ ਵੀ ਬੜੀਆਂ ਰੂਹਾਂ ਬੈਠੀਆਂ ਨੇ। ਜਿੱਥੇ ਸੰਤਾਂ ਦਾ ਬੋਲ ਪਹੁੰਚ ਜਾਂਦਾ ਉੱਥੇ ਦੁਨਿਆਵੀ ਬੰਦੇ ਦਾ ਬੋਲ ਨਹੀਂ ਪਹੁੰਚਦਾ, ਭੁੱਲਿਆ ਨਾ ਕਰੋ। ਉਹਨਾਂ ਦੀ ਡਾਇਰੈਕਟ ਸੁਣਦਾ ਪਰਮਾਤਮਾ, ਉਹਨਾਂ ਦੀਆਂ ਕੁੰਡੀਆਂ ਪੈ ਜਾਂਦੀਆਂ ਨੇ ਪ੍ਰੇਮ ਦੀਆਂ, ਪਿਆਰ ਦੀਆਂ। ਤੇ ਫਿਰ ਜਦੋਂ ਉਹ ਬਚਨ ਕਰਦੇ ਨੇ ਨਾ, ਕਹਿੰਦੇ ਕਹਿ ਰਾਮ ਜਦੋਂ ਆਖਿਆ, ਕਹਿੰਦੇ ਖੋਲ ਅੱਖਾਂ, ਜਦੋਂ ਅੱਖਾਂ ਖੋਲੀਆਂ ਇਤਿਹਾਸ ਗਵਾਹੀਆਂ ਭਰਦਾ ਹੈ। ਜਿਹੜੇ ਰਾਜੇ ਦਾ ਮਾਸ ਝੜ ਗਿਆ ਸੀ ਸਰੀਰ ਨਾਲੋਂ, ਮੱਖੀਆਂ ਬੈਠਦੀਆਂ ਸੀ, ਭਿਣਕਦੀਆਂ ਸੀ, ਤਪ ਰਿਹਾ ਸੀ, ਇਤਿਹਾਸ ਕਹਿੰਦਾ ਰਾਜੇ ਦੀ ਕੰਚਨ ਵਰਗੀ ਦੇਹੀ ਹੋ ਗਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੇ ਰਾਜਾ ਪ੍ਰਸੰਨ ਹੋ ਗਿਆ, ਗੱਦ ਗੱਦ ਹੋ ਗਿਆ, ਚਿਹਰੇ ਤੇ ਖੁਸ਼ੀ ਆ ਗਈ। ਤੇ ਕਹਿੰਦੇ ਅਜੇ ਹੱਸ ਨਾ, ਦੁਬਾਰੇ ਅੱਖਾਂ ਬੰਦ ਕਰ। ਅੱਖਾਂ ਬੰਦ ਕੀਤੀਆਂ, ਕਹਿੰਦੇ ਇੱਕ ਵਾਰੀ ਫੇਰ ਕਹਿ ਰਾਮ। ਆਖਿਆ ਰਾਮ। ਤੇ ਹੁਣ ਕਹਿੰਦੇ ਖੋਲ ਅੱਖਾਂ। ਹੁਣ ਅੱਖਾਂ ਖੁੱਲਦੀਆਂ ਹੀ ਨਹੀਂ, ਅੱਖਾਂ ਬੰਦ ਹੋ ਗਈਆਂ, ਕਿਉਂਕਿ ਉਹ ਰਸ ਬਖਸ਼ ਦਿੱਤਾ। ਉਹ ਜਿਹੜਾ ਪਾਪਾਂ ਦਾ ਘੜਾ ਸੀ, ਦੂਜੀ ਵਾਰੀ ਰਾਮ ਕਹਿਣ ਤੇ ਮਾਤਾ ਲੋਈ ਨੇ ਅਕਾਲ ਪੁਰਖ ਦੀ ਕਿਰਪਾ ਨਾਲ ਭੰਨ ਕੇ ਪਰੇ ਮਾਰਿਆ ਪਾਪਾਂ ਦਾ ਘੜਾ। ਜਿਹੜੀ ਮੈਲ ਇਕੱਠੀ ਕੀਤੀ ਸੀ ਗਰੀਬਾਂ ਦੇ ਖੂਨ ਪੀ ਪੀ ਕੇ, ਤੇ ਸਾਧ ਸੰਗਤ ਕਾਲੇ ਕਾਨੂੰਨ ਜਿਹੜੇ ਨੇ ਲਾਗੂ ਕਰ ਕਰਕੇ ਭੋਲੇ ਕਿਸਾਨਾਂ ਤੇ ਜ਼ਮੀਨਾਂ ਹੜੱਪਣ ਵਾਲੇ ਰਾਜੇ, ਕਿਸਾਨਾਂ ਦੇ ਹੱਕ ਖਾਣ ਵਾਲੇ ਰਾਜੇ, ਉਹ ਡਾਕੂ ਲੋਕ, ਉਹਨਾਂ ਦੇ ਪਾਪਾਂ ਦੇ ਘੜੇ ਭਰ ਜਾਂਦੇ ਨੇ। ਮੈਂ ਤਾਂ ਇੱਥੋਂ ਤੱਕ ਕਹਿਣਾ ਹੁੰਦਾ, ਉਹ ਚਿੱਟੇ ਕੱਪੜਿਆਂ ਨੂੰ ਦੇਖ ਕੇ ਪ੍ਰਭਾਵਿਤ ਨਾ ਹੋਇਆ ਕਰੋ। ਉਹ ਤਾਂ ਲਿਫਾਫੇ ਤੁਰੇ ਫਿਰਦੇ ਨੇ, ਕੱਪੜਿਆਂ ਦੀ ਵੈਲਿਊ ਨਹੀਂ ਹੈ। ਇੱਥੇ ਤਾਂ ਕਰਮ ਦੀ ਵੈਲਿਊ ਹੈ। ਗੁਰੂ ਦੇ ਦਰ ਤੇ ਵੀ ਕਰਮ ਕੀ ਕਰ ਰਿਹਾ ਹੈ। ਸੋ ਫਿਰ ਕਹਿੰਦੇ ਤੀਜੀ ਵਾਰੀ, ਕਹਿੰਦੇ ਇੱਕ ਵਾਰੀ ਫੇਰ ਕਹਿੰਦੇ ਰਾਮ। ਤੀਜੀ ਵਾਰੀ ਆਖਿਆ ਰਾਮ। ਇਤਿਹਾਸ ਕਹਿੰਦਾ ਰਾਜੇ ਦੀ ਸੁਰਤ ਪਰਮੇਸ਼ਰ ਨਾਲ ਜੋੜ ਦਿੱਤੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿੰਨਾ ਚਿਰ ਸੰਗੀਆਂ ਨੂੰ ਮਾਤਾ ਜੀ ਕਹਿੰਦੇ ਛਕੋ ਲੰਗਰ ਪਾਣੀ, ਜਿਹੋ ਜਿਹਾ ਰੁੱਖਾ ਮਿੱਸਾ ਹੈ। ਘਰ ਆਏ ਨੂੰ ਭੋਜਨ ਦੇਣਾ, ਲੋੜਵੰਦ ਦੀ ਹੈਲਪ ਕਰਨੀ, ਧਰਮ ਦੀ ਕਿਰਤ ਕਰਨੀ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਇਹ ਗ੍ਰਸਤੀ ਨੂੰ ਮਹਾਰਾਜ ਦਾ ਹੁਕਮ ਹੈ। ਆਪਣੀ ਘਾਲ ਕਿਰਤ ਕਰਨੀ, ਹੱਥੋਂ ਦੇ ਕੇ ਭਲਾ ਮਨਾਉਣਾ, ਦਾਨ ਪੁੰਨ ਕਰਨਾ, ਲੋੜਵੰਦ ਦੀ ਹੈਲਪ ਕਰਨੀ। ਤਾਂ ਕਹਿੰਦੇ ਤੁਸੀਂ ਛਕੋ ਮਿੱਸਾ, ਜਿਹੋ ਜਿਹਾ ਹੈਗਾ ਲੰਗਰ ਪਾਣੀ ਛਕੋ। ਸੰਗੀਆਂ ਨੇ ਲੰਗਰ ਛਕਾਇਆ ਤੇ ਰਾਜੇ ਨੇ ਕਿੰਨਾ ਚਿਰਾਂ ਬਾਅਦ ਨੇਤਰ ਖੋਲ੍ਹੇ, ਗੱਦ ਗੱਦ ਹੋ ਗਿਆ। ਮਾਤਾ ਮੈਂ ਤੇਰਾ ਦੇਣ ਨਹੀਂ ਦੇ ਸਕਦਾ। ਕਹਿੰਦੇ ਦੇਣ ਮੇਰਾ ਨਹੀਂ, ਅਕਾਲ ਪੁਰਖ ਦਾ। ਉਹਦੇ ਚਰਨਾਂ ਨਾਲ ਜੁੜ। ਜਿਹੜੀ ਭੁੱਲ ਕੀਤੀ ਹੈ ਮੁੜ ਕੇ ਭੁੱਲ ਨਾ ਕਰੀ। ਪਰਜਾ ਦਾ ਖਿਆਲ ਰੱਖਣਾ, ਕਿਸੇ ਗਰੀਬ ਨੂੰ ਦੁਖੀ ਨਹੀਂ ਕਰਨਾ। ਸਾਰੇ ਗੁਣ ਦੇ ਕੇ ਰਾਜੇ ਨੂੰ ਘਰੋਂ ਤੋਰਿਆ। ਤੇ ਜਿੰਨੇ ਸੰਗੀ ਜਾਂਦੇ ਨੇ, ਧੰਨ ਕਬੀਰ, ਧੰਨ ਮਾਤਾ ਲੋਈ, ਧੰਨ ਮਾਤਾ ਲੋਈ। ਸਾਰੇ ਜੈ ਜੈਕਾਰ ਹੋ ਗਈ। ਸ਼ਾਮ ਦਾ ਵੇਲਾ ਹੋ ਗਿਆ, ਇੰਨੇ ਨੂੰ ਭਗਤ ਜੀ ਆ ਰਹੇ ਨੇ। ਖੜਾ ਲਿਆ ਸੰਗੀਆਂ ਨੂੰ, ਕਹਿੰਦੇ ਧੰਨ ਮਾਤਾ ਲੋਈ, ਧੰਨ ਮਾਤਾ ਲੋਈ। ਕੀ ਗੱਲ ਹੈ? ਕਹਿੰਦੇ ਅੱਜ ਕੀ ਹੋ ਗਿਆ? ਕਹਿੰਦੇ ਭਗਤ ਜੀ ਜੇ ਤੁਸੀਂ ਭਗਤ ਹੋ ਤਾਂ ਮਾਤਾ ਲੋਈ ਜੀ ਕਿਹੜਾ ਘੱਟ ਨੇ। ਕਹਿੰਦੇ ਕੀ ਹੋ ਗਿਆ? ਕਹਿੰਦੇ ਜੀ ਰਾਜੇ ਨੂੰ ਹੋ ਗਿਆ ਸੀ ਕੋੜ, ਅੱਜ ਕਹਿੰਦੇ ਆਪਣੇ ਘਰ ਆ ਗਿਆ। ਕਹਿੰਦੇ ਮਾਤਾ ਜੀ ਨੇ ਸਿਰਫ 3 ਵਾਰੀ ਰਾਮ ਅਖਵਾਇਆ। ਕਹਿੰਦੇ ਉਹਦਾ ਕੋੜ ਵਗੈਰਾ ਕਿਧਰੇ ਗਿਆ? ਉਹਦੇ ਗੁਰੂ ਦੇ ਚਰਨਾਂ ਨਾਲ ਸੁਰਤ ਜੁੜ ਗਈ। ਕਹਿੰਦੇ ਕੋੜ ਹੋ ਗਿਆ? ਕਹਿੰਦੇ ਜੀ ਹਾਂ। ਕਹਿੰਦੇ ਰਾਮ 3 ਵਾਰੀ ਅਖਵਾਇਆ? ਕਹਿੰਦੇ ਜੀ ਹਾਂ। ਕਹਿੰਦੇ ਚੰਗਾ ਜਾਓ ਤੁਸੀਂ। ਭਗਤ ਜੀ ਘਰੇ ਆ ਗਏ। ਹੁਣ ਜਿੱਥੇ ਪ੍ਰੇਮ ਹੁੰਦਾ ਨਾ, ਪ੍ਰੇਮ, ਉੱਥੇ ਕਿਸੇ ਵੀ ਤਰ੍ਹਾਂ ਦਾ ਗੁੱਸਾ, ਗਿਲਾ, ਸ਼ਿਕਵਾ, ਪ੍ਰਵਾਨ ਨਹੀਂ ਹੁੰਦਾ। ਭਗਤ ਜੀ ਜਦੋਂ ਘਰੇ ਆਏ, ਮਾਤਾ ਜੀ ਦਾ ਰੋਜ਼ ਦਾ ਸੁਭਾਅ ਸੀ ਭਗਤ ਜੀਆਂ ਦੇ ਚਰਨੀ ਹੱਥ ਲਾਉਣੇ। ਆਓ ਜੀ ਬੈਠੋ, ਜਲ ਲਾਓਗੇ ਜਾਂ ਪ੍ਰਸ਼ਾਦਾ ਪਾਣੀ ਛਕੋਗੇ, ਚਾਹ ਪਾਣੀ। ਜਦੋਂ ਅੱਜ ਭਗਤ ਜੀ ਆਏ, ਮਾਤਾ ਲੋਈ ਜੀ ਚਰਨੀ ਹੱਥ ਲਾਉਣ ਲੱਗੇ, ਭਗਤ ਜੀਆਂ ਨੇ ਮੂੰਹ ਦੂਜੇ ਪਾਸੇ ਕਰ ਲਿਆ। ਉਹ ਦੂਜੇ ਪਾਸੇ ਦੀ ਆਏ ਮਾਤਾ ਜੀ, ਵੀ ਹੋ ਸਕਦਾ ਖਿਆਲ ਨਾ ਹੋਵੇ, ਕਿਧਰੇ ਹੋਰ ਧਿਆਨ ਹੋਵੇ। ਭਗਤ ਜੀਆਂ ਨੇ ਮੂੰਹ ਹੋਰ ਪਾਸੇ ਕਰ ਲਿਆ। ਤੀਜੀ ਵਾਰੀ ਚਰਨੀ ਹੱਥ ਲਾਉਣ ਲੱਗੇ, ਭਗਤ ਜੀਆਂ ਨੇ ਫਿਰ ਮੂੰਹ ਘੁਮਾ ਲਿਆ ਤੇ ਮਾਤਾ ਲੋਈ ਜੀ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਕਹਿੰਦੇ ਭਗਤ ਜੀ ਕਦੇ ਵੀ ਐਸੀ ਗੱਲ ਨਹੀਂ ਹੋਈ, ਅੱਜ ਆਪ ਜੀ ਇੰਨਾ ਗੁੱਸਾ, ਇੰਨਾ ਜ਼ਿਆਦਾ ਮੇਰੇ ਨਾਲ ਤੁਸੀਂ ਗੁੱਸੇ ਵਿੱਚ ਨਜ਼ਰ ਆ ਰਹੇ ਹੋ। ਕਹਿੰਦੇ ਮੈਨੂੰ ਕਿਰਪਾ ਕਰਕੇ ਇਹ ਦੱਸੋ, ਮੈਂ ਤੁਹਾਡਾ ਗੁੱਸਾ ਨਹੀਂ ਸਹਾਰ ਸਕਦੀ।
मैनू तुहाडा रुसना बर्दाश्त नहीं। सानू गुरबाणी ने आ दस्सिया है, आ दस्सिया सानू गुरु जी ने भी जे दुनिया ते जिउणा है तां किस ढंग नाल परिवारां विच रहना है, किवें समाज विच रहना है। माता लोई जी दा गला भर गया, अखां विचों हंझू आ गए। भगत जियां नूं इउं साह संग सन्मुख हथ जोड़ के की कहा सी माता लोई जी ने, सुनियो। दस प्यारिया अज मुख का तुम दसी प्यारिया अज मुख का तू मोड़िया। दसी प्यारिया अज मुख का तो मोड़िया। दसी प्यारिया मुख का तो मोड़िया। दसी प्यारिया अज मुख का तू 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 मोड़िया। करवट भला न करवट मेरी, करवट भला न करवट तेरी। लाग गले सुन बिनती मेरी, हाँ वारी मुख फेर प्यारे। करवट दे मोको काहे को मारे। कहंदे भगत जी तुहाडा रुसना मैनू प्रवान नहीं। करवट का अर्थ है आरा। कहंदे मैनू आरे नाल चीर दे माता लोई जी। कहंदे पर मैं तेरा रुसना प्रवान नहीं कर सकती। भगत जी क्यों रुस गए, अज मुख दूजे पासे क्यों मोड़ रहे हो। भगत जी बैठ गए, कहंदे लोई हाँ महाराज। कहंदे अज वाली घटना सुना। कहंदे जी अज शहर का राजा आया सी, नाल उन्हां दे वजीर सी ते उन्हां दे बहुत सारी प्रजा सी ते वो अपने घर आए सी। माता जी लोई जी कहन लगे भगत जी तुसीं रुस्से क्यों, पहलां मैनूं ये दसो, अगली गल मैं फेर दसांगी। भगत कबीर जी कहंदे फिर तुसीं दसो जिहड़ा मैं पुछदा। भगत कबीर जी कहंदे कहंदे माता लोई जी कहंदे पुछो जी की पुछिया सी सुनो। कहंदे मैं शहर दे लोकां तो सुनिया। भगत जी कहंदे संगत तो सुनिया। की सुनिया। लोईए राम प्यारिए तै राम क्यों सस्ता लाया। लोईए राम प्यारिए राम क्यों सस्ता लाया। लोईए राम प्यारिए तै 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 राम क्यों सस्ता लाया। लोईए राम प्यारिए राम क्यों सस्ता लाया। लोईए राम प्यारिए राम क्यों सस्ता लाया। लोईए राम प्यारिए तै 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 राम क्यों सस्ता लाया। तीन बारी राम कहा के रोगी दा रोग हटाया। तीन बारी राम कहा के रोगी दा रोग हटाया। तीन बारी राम कहा के रोगी दा रोग हटाया। तीन बारी राम कहा के रोगी दा रोग हटाया। तीन बारी राम कहा के रोगी दा रोग हटाया। तीन बारी राम कहा के रोगी दा रोग हटाया। लोईए राम प्यारिए राम क्यों सस्ता। लोईए राम प्यारिए तै राम क्यों सस्ता लाया। लोईए राम प्यारिए तै राम क्यों सस्ता लाया।
मैं गुस्से इस करके आ, नाराज इस करके आ भी जिन्हों तो हीरे की कदर ना होवे, परख ना होवे, वो हीरे नूं रोड़ा समझ के साइड ते रख दे, कोई गल नहीं। लोई जी तैनू तो पता है साईं नाम अमोल, कीमना कोई जान दो। तैनू तो पता है बहुत शास्त्र बहुत सिमरती, पेखे सरब ढंडोल, पूज सनाही हर हरे, नानक नाम अमोल। ते राजे का कोढ़ हटाउणा चंगी गल है, किसी दुखीए की हैल्प करनी चंगी गल है। पर लोई जी मैं इस करके गुस्से हाँ, जदों एक बारी राम कहण नाल रोग हट गया सी ते तुसीं रब दा नाम इन्ना सस्ता क्यों लाया, तुसीं 3 बारी राम क्यों खवाया, जवाब दिओ। माता लोई जी कहंदे बस इसे करके गुस्से हो गए। कहंदे हाँ परमेश्वर दा नाम है, उन्होंने इन्ना सस्ता नहीं सी तुहानूं लाउणा चाहीदा, दसो क्यों 2 बारी वध खवाया। कहंदे भगत जी गुस्सा ना करो, गल ये है राजे का पहली बारी राम कहण ते रोग हटाया, दूजी बारी राम कहण ते उहदे पापां दा घड़ा भन्निया, तीजी बारी राम कहण ते भी ये परजा दा राजा है, इहनूं नाम नाल जोड़दिआं ये कदे परजा दे नाल दवैत ना करे, ये दुखी परजा दा भला करे, उहनूं भगत जी नाम नाल जोड़िया। भगत जी हस पे कहंदे लोई बलहार जावां तेरे तो, बलहार जावां। ऐसी माता लोई जी गुरमुखो उत्थे फिर आख्या संगियां नूं आख्या संगियो परमेश्वर का नाम जपिया करो, परमात्मा की बंदगी करया करो ते किरत दे नाल परमात्मा की कीर्ति करया करो। ये मौत आउण तो पहलां ही बंदे नूं समझना चाहिए, जदों मौत आ गई अब ना भजस, भजस कब भाई आवै अंत ना भजिया जाई, फिर नहीं कुछ होना। हुण समय खंडे की पहुल लेना, अमृत छकना, गुरु वाले बनना, नशियां दा त्याग करना। सो आओ अज आपां जिस परिवार विच बैठे आ, ये मेहनत करने वाला परिवार है, ये किरती परिवार है गुरमुखो, जिस दे विच सत्कारयोग माता करतार कौर जी जिन्हां दा पेका परिवार लेल खुरद ते उन्हां दे जीवन साथी अपने विच बैठे भाई साहब भाई महेंद्र सिंह जी चहल साहब, और उन्हां दे दूसरे जीवन साथी माता नसीब कौर जी जिन्हां दा पेका परिवार भट्ठला पिंड हैगा, लेल खुरद वाली संगत, भट्ठला नगर वाली संगत, ते उन्हां दे सत्कारयोग बेटे बहुत ही सियाणे, बहुत ही सुचज्जे, बड़े निमरता वाले भाई हरभजन सिंह जी जो उन्होंने कागजी नाम है, तो पिंड दे विच प्यार नाल संगतां जिहड़ियां रिश्तेदार भाई बीरा सिंह कह के बुलाउंदियां ने, प्यार दा नाम। इन्हां ने अपनी माता जी नूं जो संभालिया, सेवा कीती, इन्हां दे घरों बीबा जी उन्हां ने ते माता नसीब कौर होरां ने जो संभाल कीती, वो बा कमाल है। इज्जतदार परिवारां दीयां गल्लां ही इह हुंदियां ने। ते उत्थे प्यारी धी गुरजीत कौर नूं ते इस घर दे जवाई सरदार गुरसंत सिंह जी ढींडसे वाला परिवार, और प्यारा पोतरा इकबाल सिंह ते प्यारियां पोतरियां मनप्रीत कौर ते सुखप्रीत कौर, पूरा चहल परिवार, ते मेरे नगर अकबरपुर खडाल तो भी संगत पहुंची है, भाई राम सिंह होनी, सारी संगत आई है, रिश्तेदार ने। ते मैनू इत्थे आउण वास्ते भाई गुरतेज सिंह उर्फ तेजी, ते उन्होंने मैनू इत्थे आउण वास्ते हुक्म किया। सो आओ अज जिथे आपां गुरमत दीयां विचारां कीतियां, उत्थे मापियां नूं संभालो, मापियां दी संभाल करो। ते साध संगत इतिहास कहता है, समाज कहता है, इन्हां दे फिर जदों जाण दा वेला हो जाता है, विहड़े सुन्ने हो जाते हैं, जिन्हां घरां विचों ये बडमुल्लियां दातां चल गईयां ते वो फिर मुड़ के नहीं मिलदियां। अज दे नौजवान नूं, अज दा नौजवान जिहड़ा एक मोबाइल दे विच रुझ के रह गया, माँ प्यो की संभाल तो कोहां दूर चलिया गया, उन्हां वास्ते दास पढ़दा हुंदा। ये तुसीं शाम नूं सुण लोगे अपने मोबाइलों ते, यूट्यूब ते सर्च करोगे बाबा बलविंदर सिंह खुडाल, तो जिन्होंने ना पता लगे विजिटिंग कार्ड है, एड्रैस है, वो ले सकते हो, पुछ सकते हो। 35-40 वीडियो जिहड़ियां ने यूट्यूब ते दास दियां चल रही ने। ते बच्चेओ ना रोल दिओ, मापे वड मोलियां दातां, 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 बच्चेओ ना रोल दिओ, मापे वड
ਮੁੱਲੀਆਂ ਦਾਤਾਂ ਬੱਚਿਓ ਨਾ ਰੋਲ ਦਿਓ ਮਾਪੇ ਵੱਡ 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 ਮੁੱਲੀਆਂ ਦਾਤਾਂ। ਜਿਨ੍ਹਾਂ ਪਰਿਵਾਰਾਂ ਨੇ ਵਡਮੁੱਲੀਆਂ ਦਾਤਾਂ ਸੰਭਾਲੀਆਂ ਉਹ ਪਰਿਵਾਰ ਵਡਭਾਗੇ ਵੱਡੇ ਭਾਗਾਂ ਵਾਲੇ, ਉਹਨਾਂ ਦਾ ਸਾਧ ਸੰਗਤ ਉਹ ਸ਼ੋਭਨੀਕ ਪਰਿਵਾਰ ਨੇ। ਪਰ ਜਿਨ੍ਹਾਂ ਪਰਿਵਾਰਾਂ ਨੇ ਮਾਪੇ ਨਹੀਂ ਸੰਭਾਲੇ, ਮਾਫ ਕਰਨਾ, ਮਿੱਟੀ ਜਿੰਨੀ ਮਰਜ਼ੀ ਸਿਉਣਾ ਇਕੱਠਾ ਕਰ ਲਿਓ ਤੇ ਵਡਮੁੱਲੀ ਦਾਤ ਤਾਂ ਸੰਸਾਰ ਤੇ ਮਾਪੇ ਨੇ। ਮਾਪਿਆਂ ਨੂੰ ਸੰਭਾਲੋ, ਇਹਨਾਂ ਨੂੰ ਕਦੇ ਦੁਖੀ ਨਹੀਂ ਕਰਨਾ, ਇਹਨਾਂ ਨੂੰ ਕਦੇ ਟੌਰਚਰ ਨਹੀਂ ਕਰਨਾ। ਜਿੰਨੀ ਸੰਭਾਲ ਹੋ ਜੇ ਥੋੜ੍ਹੀ ਆ, ਮਾਪਿਆਂ ਨੂੰ ਸੰਭਾਲੋ। ਅੱਜ ਚਹਿਲ ਪਰਿਵਾਰ ਵਾਸਤੇ, ਅੱਜ ਪਿਆਰੀ ਧੀ ਵਾਸਤੇ, ਪਿਆਰੀਆਂ ਪੋਤਰੀਆਂ ਵਾਸਤੇ, ਸਮੁੱਚੇ ਪਰਿਵਾਰ ਵਾਸਤੇ ਆ ਕਹਿ ਕੇ ਦਾਸ ਖੇਮਾਂ ਦਾ ਜਾਚਕ ਸਮਾਂ ਹੋ ਗਿਆ। ਮਾਪਿਆਂ ਬਗੈਰ ਫਿਰ ਜੀ ਕਿੱਥੇ ਲੱਗਦਾ, ਮਾਪਿਆਂ ਬਗੈਰ ਫਿਰ ਜੀ ਕਿੱਥੇ ਲੱਗਦਾ, ਮਾਪਿਆਂ ਬਗੈਰ ਫਿਰ ਜੀ ਕਿੱਥੇ ਲੱਗਦਾ, ਮਾਪਿਆਂ ਬਗੈਰ ਫਿਰ ਕਿੱਥੇ ਲੱਗਦਾ, ਮਾਪਿਆਂ ਬਗੈਰ ਫਿਰ ਜੀ ਕਿੱਥੇ ਲੱਗਦਾ, ਮਾਪਿਆਂ ਬਗੈਰ ਫਿਰ ਜੀ ਕਿੱਥੇ ਲੱਗਦਾ। ਮਾਮਾ ਤੋਂ ਬਗੈਰ ਬੇੜਾ ਸੁੰਨਾ ਸੁੰਨਾ ਲੱਗਦਾ, ਮਾਮਾ ਤੋਂ ਬਗੈਰ ਬੇੜਾ ਸੁੰਨਾ